देहो दर्श मान चाओ, भगत एहो मन ठहरावै। बलियो चिराग अंधियार मह, सब कल उधरी एक नाम धर्म। प्रगट सगल हर भवन मह, जन नानक गुर पार ब्रह्म। तुमरी शरण तुम्हारी आसा, तुम ही सज्जन सोहेले। राखो राखन हार दयाला, नानक करके गोले। सज्जन सच्चा पातशाहो, सिर साहांद साहो। जिस पास बैठिया सोहिया, सबना दा साहो। सतनाम श्री वाहिगुरु साहिब जी। सोरठ महला पहला, घर पहला। अष्टपदिया चौतुकी, एक ओंकार सतगुर प्रसाद। दुबदा ना पढ़ो, हर बिन होर न पूजो। मड़ा मसान न जाई, तृष्णा राच न पर घर जावा। तृष्णा नाम बुझाई, दुबदा ना पढ़ो ना हर बिन होर न पूजो। दुबदा ना पढ़ो, हर बिन होर न पूजो। मड़ा मसान न जाई, तृष्णा राच न पर घर जावा। तृष्णा नाम बुझाई, घर भीतर घर गुरु दिखाया। सहज रते मन भाई, तू आपे दाना आपे बीना। तू देवै मत साई, मन बैराग रतो बैरागी। शब्द मन विद्या मेरी माई, अंतर जोत निरंतर बाणी। साचे साहिब स्यों लिव लाई, मन बैराग रतो बैरागी। शब्द मन विद्या मेरी माई, अंतर जोत निरंतर बाणी। साचे साहिब स्यों लिव लाई रहाओ। वाहिगुरु जी का खालसा, वाहिगुरु जी की फतेह। गुरु रूप गुरु की साजी नवाजी, गुरु स्वरूप गुरु खालसा साध संगत जी। रोग दारू दोवें बुझै, सो वैद सुजान। इस नियम के मुताबक सतगुरु पातशाह ने इस पावन पवित्र हुक्मनामे दे विच रोग दा ते दवाई दा जिक्र भी कीता है। असीं किहड़ी गल करके उलझे हाँ और ये जिंदगी का मसला किवें हल होवे, ये सतगुरु पातशाह ने खुलासे दे सहित इस विचार नूं इस पावन पवित्र शब्द विच निखेड़ करके सानू समझाया। शब्द लमेरा होने करके आपां बरीकी नाल इहदी विचार कर नहीं सकते,
ਲੇਕਿਨ ਜਿਵੇਂ ਜਿਵੇਂ ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨਗੇ ਇਸ ਪੱਖ ਨੂੰ ਆਪਾਂ ਵਿਚਾਰਾਂਗੇ। ਇਉਂ ਕਹਿ ਸਕਦੇ ਵੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਦਾ ਸੈਂਟਰਲ ਆਈਡੀਆ, ਕੇਂਦਰੀ ਨੁਕਤਾ ਇਹ ਹੈ, ਗੁਰੂ ਕੇ ਸਿੱਖਾ ਦੇ ਚਿੱਤੇ ਪੁਣੇ ਚ ਨਾ ਪਾਇਆ। ਦੇ ਚਿੱਤੇ ਪੁਣੇ ਤੋਂ ਭਾਵ ਤੇਰੀ ਅਰਦਾਸ, ਤੇਰੀ ਬੇਨਤੀ ਕੇਵਲ ਤੇ ਕੇਵਲ ਇੱਕ ਦੇ ਹੋਵੇ। ਜਣੇ ਖਣੇ ਦੇ ਅੰਗੇ ਮੱਥਾ ਟੇਕ ਕੇ ਤੇ ਆਪਣੀ ਜ਼ਿੰਦਗੀ ਨੂੰ ਬਰਬਾਦ ਨਾ ਕਰ। ਇਸ ਪੱਖ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਸਮਝਾਉਣਗੇ, ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ, ਇਹ ਸਿਧਾਂਤ ਸਾਡੇ ਜੀਵਨ ਦਾ ਅੰਗ ਬਣੇ। ਇਕਾਗਰਤਾ ਲਈ ਯਤਨ ਕਰੋ ਤੇ ਸਾਰੇ ਬੋਲੋ ਸਤਿਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਘਰ ਪਹਿਲਾ ਅਸ਼ਟਪਦੀਆ ਚੌਤੁਕੀ। ਰਾਗ ਸੋਠ ਹੈ। ਪਹਿਲੇ ਪਾਤਸ਼ਾਹ ਇਹਦੇ ਉਚਾਰਨ ਹਾਰੇ ਨੇ ਤੇ ਜੋ ਗੁਰੂ ਘਰ ਦੇ ਕੀਰਤਨੀ ਸਾਡੇ ਰਾਗੀ ਸਿੰਘ ਵੀਰ ਨੇ, ਉਹਨਾਂ ਵਾਸਤੇ ਇੱਕ ਸੇਧ ਹੈ, ਡਾਇਰੈਕਸ਼ਨ ਹੈ। ਗੁਰੂ ਕੇ ਸਿੱਖੋ, ਜਦੋਂ ਵੀ ਇਹਦਾ ਕੀਰਤਨ ਕਦੋਂ, ਉਦੋਂ ਪਹਿਲੇ ਘਰ ਸੁਰਤਾਲ ਵਿੱਚ ਇਹਦਾ ਗਾਇਨ ਕਰਨਾ ਹੈ। ਅਗਰ ਮੈਂ ਘਰ ਦੀ ਵਿਆਖਿਆ ਕਰਾਂ ਤੇ ਸ਼ਾਇਦ ਸਾਰਾ ਟਾਈਮ ਇਹਦੇ ਤੇ ਪੂਰਾ ਹੋ ਜਾਏ। ਘਰ ਦੇ ਬੇਅੰਤ ਅਰਥ ਨੇ। ਜਸਟ ਲਾਈਕ ਅਸੀਂ ਰਾਤ ਨੂੰ ਬਰਾਜਣ ਲੱਗੇ ਹਾਂ, ਸੋਹਲੇ ਦਾ ਪਾਠ ਕਰਦੇ ਹਾਂ, ਉੱਥੇ ਪਾਠ ਆਉਂਦਾ 6 ਘਰ 6 ਗੁਰ। ਉੱਥੇ ਘਰ ਦਾ ਅਰਥ ਹੈ ਸ਼ਾਸਤਰ। 6 ਸ਼ਾਸਤਰਾਂ ਦੇ 6 ਕਰਤੇ ਨੇ। ਇਸੇ ਤਰ੍ਹਾਂ ਇੱਥੇ ਘਰ ਦਾ ਅਰਥ ਹੈ ਸੁਰਤਾਲ। ਔਰ ਮੈਂ ਗਾਏ ਬਗਾਏ ਤਕਰੀਬਨ ਬੇਨਤੀ ਕਰਦਾ ਰਹਿਣਾ, ਗੁਰੂ ਕੀ ਬਾਣੀ 'ਚ ਔਂਕੜ ਬੜਾ ਵਰਤਿਆ ਔਰ ਅਸੀਂ ਇਹਨੂੰ ਡੀਪਲੀ ਤੌਰ 'ਤੇ ਬਰੀਕੀ ਨਾਲ ਲੈਂਦੇ ਨਹੀਂ। ਇਹ ਸਾਡੀ ਕਮਜ਼ੋਰੀ ਹੈ। ਉਦਾਹਰਨ ਦਿਆਂ, ਅਸੀਂ ਗੁਰੂ ਘਰਾਂ ਵਿੱਚ ਆਮ ਕਰਕੇ ਸਤਿਨਾਮ ਵਾਹਿਗੁਰੂ ਲਿਖਿਆ, ਬੜੀ ਚੰਗੀ ਗੱਲ, ਮਾੜੀ ਨਹੀਂ। ਲੇਕਿਨ ਤੁਸੀਂ ਨੋਟ ਕਰਨਾ, ਸੱਸਾ ਤੱਤੇ ਨੂੰ ਸਿਹਾਰੀ ਤੇ ਨੰਨੇ ਨੂੰ ਕੰਨਾਂ ਤੇ ਅੱਗੇ ਮੰਮਾ ਅੱਖਰ ਹੋਵੇਗਾ, ਥੱਲੇ ਔਂਕੜ ਨਹੀਂ ਹੋਏਗਾ। ਇਹ ਤੁਸੀਂ ਆਮ ਵੇਖ ਸਕਦੇ ਹੋ। ਪਰ ਜੇ ਮੰਮੇ ਥੱਲੇ ਔਂਕੜ ਨਾ ਲੱਗਾ, ਇਹਦੇ ਅਰਥਾਂ ਦੇ ਅਨਰਥ ਹੋ ਜਾਣਗੇ। ਇਹ ਆਪ ਆਮ ਕਰਕੇ ਸਤਿਨਾਮ ਕਈ ਵਾਰ ਲਿਖਦੇ ਵੀ ਹਾਂ, ਮੰਮੇ ਥੱਲੇ ਔਂਕੜ ਲਾਉਣ ਦਾ ਯਤਨ ਨਹੀਂ ਕਰਦੇ। ਗੱਡੀਆਂ ਤੇ ਵੀਰਾਂ ਨੇ ਲਿਖਿਆ, ਕਾਰਾਂ ਤੇ ਲਿਖਿਆ, ਹੋਰ ਗੁਰਦੁਆਰਿਆਂ ਤੇ ਲਿਖਿਆ, ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਲੇਕਿਨ ਔਂਕੜ ਨਾ ਲੱਗੇਗਾ ਤੇ ਇਹਦਾ ਅਰਥ ਨਹੀਂ ਬਣਨਾ। ਔਂਕੜ ਲੱਗੇਗਾ ਤੇ ਇਹਦਾ ਅਰਥ ਕੀ ਹੈ? ਕੇਵਲ ਤੇ ਕੇਵਲ ਇੱਕ ਵਾਹਿਗੁਰੂ ਹੀ ਸੱਤ ਹੈ, ਬਾਕੀ ਝੂਠ ਸਾਰਾ ਕੁਝ। ਆਪਾਂ ਜੋ ਵੇਖ ਰਹੇ ਹਾਂ, ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਇਸੇ ਤਰ੍ਹਾਂ ਇੱਥੇ ਵੀ ਘਰ ਦੇ ਥੱਲੇ ਜਿਹੜਾ ਔਂਕੜ ਲੱਗਾ ਨਾ, ਇਹਦਾ ਭਾਵ ਹੈ ਵੀ ਗੁਰਮੁਖਾ ਕੇਵਲ ਤੇ ਕੇਵਲ ਵਾਹਿਗੁਰੂ ਦੇ ਘਰ ਵਿੱਚ ਰਹੋ, ਗੁਰੂ ਦੇ ਘਰ ਵਿੱਚ ਰਹੋ, ਥਾਂ ਥਾਂ ਤੇ ਭੜਕਣਾ। ਤੇਰਾ ਇੱਕੋ ਘਰ ਹੈ, ਗੁਰੂ ਘਰ। ਗੁਰੂ ਦੇ ਚਰਨ, ਗੁਰੂ ਦੀ ਬਾਣੀ, ਇਹਦੇ ਗਾਉਣ ਅਰਥ ਸਾਨੂੰ ਇਸ ਗੱਲ ਦੇ ਸੰਕੇਤ ਦਿੰਦੇ ਹਨ। ਅਸ਼ਟਪਦੀਆ ਤੋਂ ਭਾਵ ਹੈ, ਅਗਰ ਇੱਕ ਹੁੰਦਾ ਤੇ ਆਉਣਾ ਸੀ ਅਸ਼ਟਪਦੀ। ਅਸ਼ਟਪਦੀਆਂ ਤੋਂ ਭਾਵ ਬਹੁ ਵਚਨ, ਇੱਕ ਤੋਂ ਜ਼ਿਆਦਾ। ਚੌਤੁਕੀ ਤੋਂ ਭਾਵ ਹੈ ਵੀ ਇਹ ਜਿਹੜੀਆਂ ਪੌੜੀਆਂ ਨੇ, ਇਹਨਾਂ ਵਿੱਚ 4-4 ਤੁਕਾਂ ਦੀ ਵਰਤੋਂ ਕੀਤੀ ਹੋਵੇਗੀ। ਹਾਂਜੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਅਦਵੈਤ ਰੂਪੀ ਬ੍ਰਹਮ ਹੈ, ਉਚਾਰਨ ਤੇ ਰੱਖਿਆ ਕਰਦਾ ਹੈ। ਪਰ ਇਹਦੀ ਸੋਝੀ ਸੱਚੇ ਗੁਰੂ ਦੀ ਕਿਰਪਾ ਤੋਂ ਬਿਨਾਂ ਹੋ ਨਹੀਂ ਸਕਦੀ। ਪ੍ਰਸਾਦ ਦਾ ਭਾਵ ਹੁੰਦਾ ਹੈ ਕਿਰਪਾ, ਰਹਿਮਤ। ਮੈਂ ਤਕਰੀਬਨ 52 ਸਾਲ ਹੋ ਗਏ ਕਿਸੇ ਮੁਸਲਮਾਨ ਬਜ਼ੁਰਗ ਨੂੰ ਬੋਲਦਿਆਂ ਸੁਣਿਆ ਤੇ ਮੈਂ ਉਹਦੇ ਤੇ ਵਿਚਾਰ ਤੋਂ ਬੜਾ ਪ੍ਰਭਾਵਿਤ ਹੋਇਆ। ਉਹ ਵਿਰਾਗ ਦੇ ਵਿੱਚ ਉੱਪਰ ਨੂੰ ਹੱਥ ਕਰਕੇ ਤੇ ਕਹਿੰਦਾ ਸੀ, ਰੱਬਾ ਤੂੰ ਨਾ ਕਰੇ ਤੇ ਕਰੇ ਕਿਹੜਾ।
ਮੇਰੀਆਂ ਸਭ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਮੇਰੇ ਗੁਨਾਹ ਵੱਲੇ, ਮੈਂ ਤੱਕਦਾ ਰਹਿਮਤਾਂ ਤੇਰੀਆਂ ਨੂੰ। ਇਹ ਮੈਂ ਇੱਕ ਬਜ਼ੁਰਗ ਮੁਸਲਮਾਨ ਨੂੰ ਤਾਂ ਨੂੰ ਹੱਥ ਕਰਕੇ ਵਿਰਾਗ ਨਾਲ ਗਾਉਂਦਿਆਂ ਸੁਣਿਆ ਤੇ ਮੇਰੇ ਮਨ ਤੇ ਉਹ ਪੰਕਤੀਆਂ ਉਕਰ ਗਈਆਂ। ਉਹਦਾ ਭਾਵ ਸੀ ਵੀ ਰੱਬਾ ਮੇਰੇ ਗੁਨਾਹ ਵੱਲ ਨਾ ਵੇਖੀ, ਮੇਰੇ ਤੇ ਕਿਰਪਾ ਕਰੀ, ਮੇਰੇ ਤੇ ਰਹਿਮਤ ਕਰੀ। ਪ੍ਰਸਾਦ ਅਰਥ ਦਾ ਰਹਿਮਤ, ਕਿਰਪਾ। ਯਾਦ ਰੱਖਿਆ ਜੇ ਬਾਤ ਮਿਹਨਤ ਨਾਲ ਨਹੀਂ ਬਣਨੀ, ਬਾਤ ਰਹਿਮਤ ਨਾਲ ਬਣਨੀ। ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇੱਕ ਅਦਵੈਤ ਰੂਪੀ ਬ੍ਰਹਮ ਨਾਲ ਜੁੜਨ ਦਾ ਯਤਨ ਕਰ ਤੇ ਨਾਲ ਆਸ ਰੱਖ ਤੇਰੇ ਤੇ ਗੁਰੂ ਕਿਰਪਾ ਕਰੇ। ਜਦੋਂ ਗੁਰੂ ਦੀ ਕਿਰਪਾ ਹੋ ਗਈ ਤੇ ਬਾਬਾ ਬਿਧੀ ਚੰਦ ਗੁਰੂ ਕਾ ਸੀਨਾ ਬਣ ਗਿਆ। ਗੁਰੂ ਕੀ ਕਿਰਪਾ ਹੋਏ ਤੇ ਭਾਈ ਬਹਿਲੋ ਜਿਹੜਾ ਗੁਰੂ ਕੇ ਆਵੇ ਦੀ ਸੇਵਾ ਕਰਦਾ, ਗੁਰਦੇਵ ਨੇ ਆਖਿਆ ਬਹਿਲੋ ਭਾਈ ਬਹਿਲੋ ਸਭ ਤੋਂ ਪਹਿਲੋ। ਗੁਰੂ ਦੀ ਕਿਰਪਾ ਹੋਏ ਤੇ ਗੁਰੂ ਘਰ ਵਾਸਤੇ ਬਾਲਣ ਢੋਣ ਵਾਲਾ ਭਾਈ ਤੀਰਥਾ ਜੀ ਦੀ ਮੰਝ ਗੋਤ ਸੀ। ਮੇਰੇ ਗੁਰਦੇਵ ਨੇ ਬਚਨ ਕੀਤੇ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘੜਾਰਾ। ਇਹ ਕਿਰਪਾ ਹੀ ਹੈ ਨਾ। ਬਾਲਣ ਢੋਣ ਵਾਲੇ ਨੂੰ ਜਹਾਜ਼ ਬਣਾ ਦਿੱਤਾ, ਜਿਹੜਾ ਆਵੇ ਵਾਸਤੇ ਪਾਥੀਆਂ ਢੋਂਦਾ ਉਹਨੂੰ ਕਹਿ ਦਿੱਤਾ ਭਾਈ ਬਹਿਲੋ ਸਭ ਤੋਂ ਪਹਿਲੋਂ। ਇਸ ਕਰਕੇ ਮਨ ਵਿੱਚ ਅਰਦਾਸ ਕਰਿਆ ਕਰੋ, ਪਾਤਸ਼ਾਹ ਮੇਰੇ ਗੁਨਾਹ ਨਾ ਵੇਖੀ, ਮੇਰੇ ਤੇ ਰਹਿਮਤਾਂ ਕਰੀ। ਹਾਂਜੀ। ਦੁਬਦਾ ਨਾ ਪੜੋ ਹਰ ਬਿਨ ਹੋਰ ਨ ਪੂਜੋ। ਦੁਬਦਾ ਦਾ ਭਾਵ ਹੈ ਦੁਚਿੱਤਾ ਪੁਣਾ। ਇਹ ਕੰਮ ਕਰੀਏ ਕਿ ਨਾ ਕਰੀਏ, ਤੇ ਆਪਾਂ ਤਾਂ ਦੁਚਿੱਤੇ ਪੁਣੇ 'ਚ ਇੰਨੇ ਫਸੇ ਆ, ਇੰਨੇ ਉਲਝੇ ਆ। ਬੇਟੀ ਦਾ ਵਿਆਹ ਕਰਨਾ ਹੈ, ਬੇਟੇ ਦਾ ਵਿਆਹ ਕਰਨਾ ਹੈ, ਗੁਰਦੁਆਰੇ ਆਏ, ਦੇ ਕਰਾਏ, ਲੇਕਿਨ ਨਾਲ ਘਰਵਾਲੀ ਨੂੰ ਫੋਨ ਕੀਤਾ ਵੀ ਭਾਗਾਂ ਵਾਲੀਏ ਮੈਂ ਪੰਡਿਤ ਜੀ ਨੂੰ ਪੁੱਛਾਵਾਂ ਵੀ ਕਿਹੜੇ ਨਰਾਤੇ ਦਾ ਵਿਆਹ ਕਰਨਾ ਹੈ। ਮਾਫੀ ਦੇਣੀ, ਅਰਦਾਸ ਕੀਤੀ ਤਾਂ ਮਿੱਟੀ 'ਚ ਮਿਲ ਦਿੱਤੀ। ਤੂੰ ਗੁਰੂ ਅੱਗੇ ਅਰਦਾਸ ਕੀਤੀ ਹੈ, ਗੁਰੂ ਕਾ ਹੁਕਮਨਾਮਾ ਆਇਆ, ਤੇ ਤੂੰ ਅਜੇ ਵੀ ਕਹਿਣਾ ਵੀ ਪੰਡਤ ਕੋਲੋਂ ਪੁੱਛਣਾ ਵੀ ਕਿਹੜੇ ਨਰਾਤੇ ਦਾ ਵਿਆਹ ਕਰਨਾ ਹੈ। ਔਰ ਇੱਥੋਂ ਤੱਕ ਪੈਲਸਾਂ ਵਾਲੇ ਨੂੰ ਕਹਿੰਦੇ ਵੀ ਤੀਜਾ ਨਰਾਤਾ ਮੇਰਾ ਬੋਕ ਹੈ, ਭਾਵੇਂ 15,000 ਵੱਧ ਲੈ ਲਾ। ਆਪਾਂ ਸਿੱਖਾਂ ਕਿ ਅਸੀਂ ਗੁਰੂ ਕੀ ਬਾਣੀ 'ਚ ਲੱਭ ਸਕਦੇ ਵੀ ਸਾਡੇ ਗੁਰੂ ਨੇ ਆਖਿਆ ਵੀ ਕਿਹੜੇ ਨਰਾਤੇ ਨੂੰ ਵਿਆਹ ਕਰਨਾ ਹੈ। ਦੁਚਿੱਤਾ ਪੁਣਾ। ਤਰਨ ਤਾਰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਡੇ ਤੇ ਰਹਿਮਤਾਂ ਕੀਤੀਆਂ, ਨਗਰ ਵਸਾਇਆ। ਤਰਨ ਤਾਰਨ ਤਾਂ ਮੱਥਾ ਟੇਕਣ ਨਹੀਂ ਗਿਆ, ਪਰ ਤਰਨ ਤਾਰਨ ਦੇ ਰਾਹੀਂ ਟਾਂਗੇ ਤੇ ਬਹਿ ਕੇ ਕਬਰ ਤੇ ਖੀਰ ਚਾੜ ਕੇ ਆਇਆ। ਕਬਰ ਤੇ ਨਿਚਾ ਗੁਰੂ ਕੇ ਨਿਤਾ ਨਹੀਂ। ਗਾਤਰੇ ਕਿਰਪਾਨ ਹੈ, ਚਾਰੇ ਦੀਆਂ ਚਾਰੇ ਉਂਗਲੀਆਂ ਵਿੱਚ ਪੱਥਰ ਪਾਏ ਨੇ। ਪੱਥਰ ਇਹ ਨੀਲਮ ਹੈ, ਇਹ ਪੁਖਰਾਜ ਹੈ। ਗ੍ਰਹਿ ਟਲ ਜਾਏਗਾ ਜੇ ਗੁਰੂ ਕੇ ਅੰਮ੍ਰਿਤ ਨਾਲ ਗ੍ਰਹਿ ਨਹੀਂ ਟੜਿਆ ਤੇ ਮਿੱਤਰਾ ਪੱਥਰਾਂ ਨੇ ਗ੍ਰਹਿ ਨਹੀਂ ਟਾਲਣਾ। ਇਹਨੂੰ ਕਹਿੰਦੇ ਦੁਬਦਾ। ਕੜਾ ਹੈ ਜਾਂ ਨਹੀਂ, ਲੇਕਿਨ ਮੌਲਵੀ ਲਾਜ਼ਮੀ ਬਣਦੇ ਵੀ ਜਿੰਨਾ ਚਿਰ ਮੌਲਵੀ ਨਾ ਬਣੀ ਕਹਿੰਦੇ ਅਖੰਡ ਪਾਠ ਮਨਜ਼ੂਰ ਹੀ ਨਹੀਂ। ਇਹ ਫੱਬਦਾ ਨਹੀਂ। ਸਾਡੀ ਸਭ ਤੋਂ ਵੱਡੀ ਸਟੇਜ ਹੈ। ਮੈਂ ਕਈ ਵਾਰਾਂ ਥਾਂ ਥਾਂ ਤੇ ਬੇਨਤੀ ਕਰਦਾ ਵੀ ਜੇ ਕਿਸੇ ਮੇਰੀ ਭੈਣ ਤੇ ਭਰਾ ਨੂੰ ਸਿੱਖ ਧਰਮ ਵਿੱਚ ਮੌਲਵੀ ਦੀ ਇੰਪੋਰਟੈਂਸ ਬਾਰੇ ਲੱਭੇ ਨਾ, ਤੇ ਮੈਂ ਉਸ ਆਪਣੀ ਭੈਣ ਤੇ ਭਰਾ ਦਾ ਧੰਨਵਾਦੀ ਹੋਵਾਂਗਾ। ਮੈਨੂੰ ਅੱਜ ਤੱਕ ਕਿਸੇ ਗ੍ਰੰਥ ਵਿੱਚ ਸਿੱਖ ਧਰਮ ਵਿੱਚ ਮੌਲਵੀ ਦੀ ਮਹਾਨਤਾ ਨਹੀਂ ਲੱਭੀ। ਮੈਂ ਪੜ੍ਹਦਾ ਹੁਣ ਬੁੱਢਾ ਹੋ ਗਿਆ, ਅਗਲੇ ਪਾਸੇ ਨੂੰ ਤਿਆਰੀ ਹੈ। ਅਜੇ ਤੱਕ ਮੌਲਵੀ ਦਾ ਇਤਿਹਾਸ ਨਹੀਂ ਲੱਭਾ। ਸਾਡਾ ਕੜੇ ਤੇ ਵਿਸ਼ਵਾਸ ਘੱਟ, ਕਿਰਪਾਨ ਤੇ ਵਿਸ਼ਵਾਸ ਘੱਟ, ਗੁਰੂ ਕੀ ਬਾਣੀ ਤੇ ਵਿਸ਼ਵਾਸ ਘੱਟ, ਪਰ ਮੌਲਵੀ ਤੇ ਜ਼ਿਆਦਾ। ਫਿਰ ਅਸੀਂ ਆਪਣੇ ਗੁੱਠਾਂ 'ਚ ਅਖੰਡ ਪਾਠ ਰਖਾਉਣੇ ਆ ਤੇ ਜੌਂ ਰੱਖਦੇ ਆ। ਜੌਂ ਕਹਿੰਦੇ ਗਿਆਨੀ ਜੀ ਇਹ ਬਾਬੇ ਨਾਨਕ ਦੀ ਖੇਤੀ। ਤੇ ਮੈਂ ਕਿਹਾ ਇਹ ਬਾਬੇ ਨਾਨਕ ਦੀ ਖੇਤੀ ਨਹੀਂ, ਕਿਉਂਕਿ ਜੌਆਂ ਦੀ ਬੀਹਰ ਬਣਦੀ ਹੈ। ਤੂੰ ਅਖੰਡ ਪਾਠ ਵੀ ਰਖਾਇਆ ਪਰ ਤੇਰਾ ਖਿਆਲ ਹੈ ਵੀ ਬੀਹਰ ਬਣ ਜਾਏ। ਇਹਨੂੰ ਕਹਿੰਦੇ ਦੁਚਿੱਤਾ ਪੁਣਾ।
ਦੁਬਦਾ ਦਾ ਭਾਵ ਹੈ ਦੁਪਚਿੱਤਾ ਪੁਣਾ, ਦੁਬਦਾ ਨਾ ਪੜੋ। ਮੇਰੇ ਗੁਰਦੇਵ ਨੇ ਪਹਿਲਾਂ ਦੱਸਿਆ ਬਿਮਾਰੀ ਅੱਗੇ ਇਲਾਜ। ਦੁਚਿੱਤੇ ਪੁਣੇ 'ਚ ਨਾ ਪਾਓ, ਆਹ ਕੰਮ ਕਰਾਂ ਕਿ ਨਾ ਕਰਾਂ। ਸਾਡੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਕਲੀਅਰ ਕੱਟ ਸਮਝਾਇਆ, ਸਿੱਖਾ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜਿਹੜੀ ਤੇਰੇ ਅੰਦਰ ਦੀ ਵੇਦਨਾ ਹੈ ਨਾ, ਮੈਨੂੰ ਇੱਕ ਰਾਤ ਫੋਨ ਆਇਆ 10 ਵਜੇ ਵੀ ਗਿਆਨੀ ਜੀ ਅਮਰੀਕਾ ਤੋਂ ਵੀ ਮੇਰੀ ਗੁਰੂ ਚਰਨਾਂ 'ਚ ਅਰਦਾਸ ਕਰਿਆ ਜੇ। ਇੱਕ 5 ਵਜੇ ਕਿਸੇ ਬੱਚੇ ਨੇ ਫੋਨ ਕੀਤਾ, ਗਿਆਨੀ ਜੀ ਗੁਰੂ ਕੇ ਚਰਨਾਂ 'ਚ ਅਰਦਾਸ ਬੇਨਤੀ ਕਰੇ। ਇਹ ਜੀ ਗੁਰਮਤ ਦੁਚਿੱਤੇ ਪੁਣੇ 'ਚ ਨਾ ਪਾਓ। ਕੇਵਲ ਤੇ ਕੇਵਲ ਸਾਡੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਹੁਤ ਸਪਸ਼ਟ ਸਮਝਾਇਆ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਬਿਰਥਾ ਤੋਂ ਪਾਪ ਪੀੜਾ, ਜਿਹੜੀ ਤੇਰੇ ਅੰਦਰ ਦਰਦ ਹੈ ਨਾ, ਉਹ ਗੁਰੂ ਨੂੰ ਦੱਸ ਵੀ ਪਾਤਸ਼ਾਹ ਮੈਨੂੰ ਆਹ ਮਸਲਾ ਤੇ ਤੂੰ ਮੇਰੇ ਕਿਰਪਾ ਕਰਕੇ ਮਸਲੇ ਨੂੰ ਹੱਲ ਕਰ। ਤੇਰੇ ਤੋਂ ਬਿਨਾਂ ਕੋਈ ਹੋਰ ਜਗ੍ਹਾ ਹੈ ਹੀ ਨਹੀਂ। ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ। ਦੁਚਿੱਤੇ ਪੁਣੇ 'ਚ ਨਹੀਂ ਪੈਣਾ, ਹਰੀ ਤੋਂ ਬਿਨਾ ਕਿਸੇ ਹੋਰ ਦੀ ਪੂਜਾ ਨਹੀਂ ਕਰਨੀ। ਮੜਾ ਮਸਾਨ ਨਾ ਜਾਈ। ਤੇ ਫਿਰ ਆਪਾਂ ਕੀ ਕਰਦੇ, ਜਾ ਕੇ ਬੜੀਆਂ ਤੇ ਦੀਵਾ ਜਗਾਉਨੇ ਆ, ਮਸਾਣਾ ਤੇ ਜਾ ਕੇ ਮੱਥਾ ਟੇਕਦੇ ਆ। 40 ਸਾਲ ਤੋਂ ਸ਼ਾਇਦ ਪੁਰਾਣੀ ਗੱਲ ਹੋਵੇ, ਰਾਜਸਥਾਨ 'ਚ ਇੱਕ ਪਿੰਡ ਹੈ, ਮੀਰਜੰਡ ਸ਼ਾਇਦ ਪਿੰਡ ਦਾ ਨਾਂ ਹੈ। ਮੈਂ ਉੱਥੇ ਕਥਾ ਕਰਨ ਗਿਆ ਤੇ ਇੱਕ ਬੰਦਾ, ਸਿਆਲ ਦਾ ਮਹੀਨਾ ਸਾਹਿਬਜ਼ਾਦਿਆਂ ਜਦੋਂ ਆਪਾਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਤੇ ਕੱਚੀ ਲੱਸੀ ਪਾ ਕੇ ਆਇਆ ਤੇ ਕੁਦਰਤੀ ਤੌਰ ਤੇ ਗੜਵੀ ਉਹਦੇ ਕੋਲ ਤੇ ਗੁਰਦੁਆਰੇ ਆ ਗਿਆ। ਮੈਂ ਕਿਹਾ ਵੀ ਕਿੱਥੋਂ ਆਇਆ? ਕਹਿਣ ਲੱਗਾ ਗਿਆਨੀ ਜੀ ਮੈਂ ਬਾਪੂ ਦੀ ਮੱਟੀ ਨੂੰ ਤੇ ਦੁੱਧ ਪਾ ਕੱਚੀ ਲੱਸੀ ਪਾ ਕੇ। ਮੈਂ ਕਿਹਾ ਵੀ ਮੈਨੂੰ ਜਾਪਦਾ ਵੀ ਤੇਰੇ ਦਾਦੇ ਨੂੰ ਜਿਹੜੀ ਆ ਨਾ ਪੀੜੀਆ ਹੋਇਆ ਹੋਵੇਗਾ। ਉਹ ਮੇਰੇ ਮੂੰਹ ਵੱਲ ਵੇਖੇ। ਮੈਂ ਕਿਹਾ ਮੈਂ ਸੁਣਿਆ ਵੀ ਜਿਹਨੂੰ ਪੀੜੀਆ ਹੋਵੇ ਉਹਨੂੰ ਠੰਡੀ ਚੀਜ਼ ਦਿੰਦੇ ਨੇ। ਬਾਪੂ ਮਰ ਗਿਆ ਤੇ 15 ਇੱਟਾਂ ਲਾ ਕਰਕੇ ਤੇ ਉਹਦੇ ਤੇ ਜਾ ਕੇ ਲੱਸੀ ਪਾਉਨੇ ਆ। ਬਾਤ ਨਹੀਂ ਜੀ ਬਣਨੀ। ਮੇਰੇ ਪਾਤਸ਼ਾਹ ਕਹਿੰਦੇ ਮੜੇ ਮਸਾਣ ਨਾ ਜਾਈ, ਇਹਨਾਂ ਮੜੀਆਂ ਤੇ ਮਸਾਣਾ ਤੇ ਟੱਕਰਾਂ ਮਾਰ ਨਾ ਜਾ। ਤ੍ਰਿਸ਼ਨਾ ਰਾਚਨ ਪਰ ਘਰ ਜਾਵਾਂ। ਦਰ ਅਸਲ ਇਹ ਗੁਰਦੇਵ ਕਹਿੰਦੇ ਬੰਦਾ ਤ੍ਰਿਸ਼ਨਾ ਵਿੱਚ ਉਲਝਿਆ ਹੋਇਆ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾ ਕਰੋਰੇ, ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਚੀ ਹੈ। ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖੋ ਕੋਈ ਵਿਰਲਾ ਹੀ ਹੋਵੇਗਾ ਜਿਹਦੀ ਤ੍ਰਿਸ਼ਨਾ ਮੁੱਕੀ ਹੋਵੇ। ਕਿੰਨਾ ਵੀ ਦੇ ਦੇ ਤੇ ਬੰਦਾ ਰੱਜਦਾ ਨਹੀਂ। ਤ੍ਰਿਸ਼ਨਾ ਰਾਚ ਨਾ ਪਰ ਕਰ ਜਾਵਾ। ਮੇਰੇ ਤੇ ਵਾਹਿਗੁਰੂ ਕਿਰਪਾ ਕਰ। ਇੱਥੇ ਇਹ ਅਰਦਾਸ ਬੇਨਤੀ ਕਰਨੀ, ਮੇਰੇ ਵਾਹਿਗੁਰੂ ਮੇਰੀਆਂ ਤ੍ਰਿਸ਼ਨਾ ਮੁਕਾ ਦੇ, ਮੈਨੂੰ ਸੰਤੋਖ ਦੇ ਦੇ, ਤਾਂ ਕਿ ਮੈਂ ਪਰਾਏ ਘਰਾਂ ਵਿੱਚ ਭਟਕਣਾ ਨਾ ਕਰਾਂ। ਤ੍ਰਿਸ਼ਨਾ ਨਾਮ ਬੁਝਾਈ। ਨਾਲ ਹੀ ਸਤਿਗੁਰੂ ਪਾਤਸ਼ਾਹ ਨੇ ਮਸਲਾ ਹੱਲ ਕਰਕੇ ਕਹਿੰਦੇ ਵੀ ਗੁਰਮੁਖਾ ਇਹ ਨਾਮ ਤੋਂ ਬਿਨਾਂ ਤ੍ਰਿਸ਼ਨਾ ਨਹੀਂ ਬੁਝਣੀ। ਬਿਨਾਂ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਇਹ ਸਾਰਾ ਕੁਝ ਸੁਪਨੇ ਵਰਗਾ ਹੈ। ਇਹ ਜਿਹੜੀ ਤ੍ਰਿਸ਼ਨਾ ਹੈ ਇਹ ਕੇਵਲ ਤੇ ਕੇਵਲ ਨਾਮ ਹੀ ਬੁਝਾ ਸਕਦਾ। ਜਿਨ੍ਹਾਂ ਦੇ ਅੰਦਰ ਨਾਮ ਹੈ ਉਹਨਾਂ ਨੂੰ ਸੰਤੋਖ। ਘਰ ਭੀਤਰ ਘਰ ਗੁਰੂ ਦਿਖਾਇਆ। ਨਾਮ ਕੀ ਕਰੇਗਾ ਕਿ ਬੰਦੇ ਦੀ ਬਿਰਤੀ ਬਾਹਰ ਤੋਂ ਸੰਕੋਚ ਕਰਕੇ ਅੰਦਰ ਚਲੀ ਜਾਏਗੀ। ਘਰ ਭੀਤਰ ਤੋਂ ਭਾਵ ਹਿਰਦੇ ਦੇ ਅੰਦਰ ਗੁਰੂ ਦਿਖਾਇਆ। ਜਿਹੜਾ ਉਹ ਗੁਰੂ ਹੈ ਨਾ, ਉਹਨੇ ਸਾਨੂੰ ਵਾਰ-ਵਾਰ ਹਦਾਇਤ ਕੀਤੀ ਵੀ ਗੁਰਮੁਖਾ ਬਾਹਰ ਨਾ ਭਟਕ। ਅਸੀਂ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਪੜ੍ਹਦੇ ਹਾਂ। ਹਜ਼ੂਰ ਕਹਿੰਦੇ ਨੇ ਬਾਹਰ ਨਾ ਜਾ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਏ। ਅਸੀਂ ਕਹਿੰਦੇ ਵੀ ਜਿੰਨਾ ਚਿਰ ਹਜ਼ੂਰ ਸਾਹਿਬ ਨਾ ਗਏ ਉਹਨਾਂ ਚਿਰ ਰੱਬ ਨਹੀਂ ਮਿਲਣਾ। ਇਹਦਾ ਕਿਤੇ ਗਲਤ ਅਰਥ ਨਾ ਕਰਨਾ ਵੀ ਸ਼ਾਇਦ ਗਿਆਨੀ ਜੀ ਹਜ਼ੂਰ ਸਾਹਿਬ ਦੇ ਉਲਟ ਨੇ। ਮੇਰੇ ਗੁਰੂ ਦਾ ਸਥਾਨ ਨਮਸਕਾਰ ਕਰਦਾ ਮੈਂ, 4-5 ਵਾਰ ਮੱਥਾ ਟੇਕ ਕੇ ਆਇਆ। ਅੰਮ੍ਰਿਤਸਰ ਵਾਲੇ ਕਹਿੰਦੇ ਵੀ ਰੱਬ ਹਜ਼ੂਰ ਸਾਹਿਬ ਰਹਿੰਦਾ ਹੈ, ਤੇ ਹਜ਼ੂਰ ਸਾਹਿਬ ਵਾਲੇ ਕਹਿੰਦੇ ਅੰਮ੍ਰਿਤਸਰ ਰਹਿੰਦਾ। ਤੇ ਰੱਬ ਹੈ ਕਿੱਥੇ? ਕਿਹੜੀ ਜਗ੍ਹਾ ਹੈ ਜਿੱਥੇ ਪਰਮੇਸ਼ਰ ਨਹੀਂ? ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਹੈ ਤਾਂ ਸਹੀ,
ਲਖੇ ਜੋ ਕੋਈ, ਹੈ ਤੂੰ ਸਹੀ ਲਖੇ ਜੇ ਕੋਈ। ਹਰ ਥਾਂ ਤੇ ਮੁਕੰਮਲ ਹੈ, ਪਰ ਇਸ ਗੱਲ ਨੂੰ ਜੇ ਕੋਈ ਜਨ ਨਾ ਕਰੇ ਤਾਂ ਘਰ ਭੀਤਰ ਕਰ ਗੁਰੂ ਦਿਖਾਇਆ। ਜਦੋਂ ਰਹਿਮਤ ਕੀਤੀ ਗੁਰੂ ਨੇ, ਅਸੀਂ ਆਪਣੇ ਅੰਦਰ ਝਾਤੀ ਮਾਰੀ, ਉਹ ਪਰਿਪੂਰਨ ਪ੍ਰਮਾਤਮਾ ਦੀ ਸਾਨੂੰ ਅੰਦਰੋਂ ਝਲਕ ਮਿਲ ਗਈ, ਉਹਦੇ ਦਰਸ਼ਨ ਹੋ ਗਏ, ਉਹਦੇ ਨਾਲ ਅਭੇਦ ਹੋ ਗਏ। ਸਹਜ ਰਤੇ ਮਨ ਭਾਈ। ਆਪਾਂ ਕਵਾਂਗੇ ਗਿਆਨੀ ਜੀ ਸਾਡਾ ਤਾਂ ਗੱਲ ਨਹੀਂ ਬਣੀ ਅਜੇ। ਸਤਿਗੁਰੂ ਪਾਤਸ਼ਾਹ ਕਹਿੰਦੇ ਹੈ ਭਰਾਓ, ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਦਾ ਮਨ ਅਡੋਲ ਹੈ, ਜਿਹੜੇ ਕਾਹਲੇ ਨਹੀਂ ਪਏ, ਜਿਨ੍ਹਾਂ ਦੇ ਅੰਦਰ ਸਬਰ ਹੈ। ਅਸੀਂ ਆਗਰੇ ਜਾਂਦੇ ਹਾਂ, ਮੈਂ ਗੱਲ ਬੇਨਤੀ ਕਰਨ ਲੱਗਾ ਸਹਿਜ ਦੀ। ਉੱਥੇ ਇੱਕ ਬੀਬੀ ਜੱਸੀ, ਤੁਸੀਂ ਕਿਤੇ ਗੁਰੂ ਕਿਰਪਾ ਕਰੇ ਮੌਕਾ ਮਿਲੇ ਆਗਰੇ ਜਾਣ ਦਾ, ਗੁਰੂ ਕੇ ਪਾਵਨ ਸਥਾਨ 'ਤੇ, ਉੱਥੋਂ ਮੈਂ ਬੋਰਡ ਪੜ੍ਹਿਆ, ਇਤਿਹਾਸ ਪੜ੍ਹਿਆ। ਉੱਥੇ ਲਿਖਿਆ ਸੀ ਕਿ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਉੱਥੇ ਗਏ, ਬੀਬੀ ਦੀ ਸ਼ਾਦੀ ਹੋਈ, ਉਹ ਬੀਬੀ ਦਾ ਨਾਮ ਜੱਸੀ ਕਰਕੇ ਲਿਖਿਆ। ਭਾਣਾ ਰੱਬ ਦਾ ਵੀ ਬਹੁਤ ਵਿਆਹ ਤੋਂ ਜਲਦੀ ਉਹਦੇ ਪਤੀ ਚੜ੍ਹਾਈ ਕਰ ਗਿਆ। ਮਾਤਾ ਪਿਤਾ ਨੂੰ ਬੀਬੀ ਨੇ ਬੇਨਤੀ ਕੀਤੀ ਵੀ ਜੇ ਮੇਰੇ ਭਾਗਾਂ 'ਚ ਸੁਹਾਗ ਹੁੰਦਾ ਤੇ ਰਹਿ ਜਾਂਦਾ, ਇਸ ਕਰਕੇ ਮੈਂ ਦੁਨਿਆਵੀ ਨਿਯਮ ਦੀ ਪਾਲਣਾ ਕੀਤੀ, ਪਰ ਮੇਰੇ ਤੇ ਕਿਰਪਾ ਕਰੋ, ਮੈਨੂੰ ਦੁਬਾਰਾ ਇਸ ਚੱਕਰ ਵਿੱਚ ਨਾ ਪਾਓ। ਉੱਚੀ ਵਸਦਾ ਵਾਲੀ ਸੀ ਬੀਬੀ ਉਹ। ਸਤਿਗੁਰੂ ਨਾਨਕ ਪਾਤਸ਼ਾਹ ਗਏ, ਉਸ ਬੀਬੀ ਨੇ ਸਤਿਗੁਰੂ ਪਾਤਸ਼ਾਹ ਨੂੰ ਵਸਤਰ ਭੇਟ ਕਰਨ ਦਾ ਫੁਰਨਾ ਕੀਤਾ। ਹਜ਼ੂਰ ਕਹਿੰਦੇ ਧੀਏ ਕਾਹਲੀ ਨਾ ਪਾਓ, ਅਸੀਂ ਫੇਰ ਲਵਾਂਗੇ ਆਣ ਕੇ। ਤੇ ਸਾਡੇ ਵਰਗਾ ਹੁੰਦਾ ਤੇ ਕਹਿਣਾ ਵੀ ਸ਼ਾਇਦ ਖਦਰ ਦਾ ਟੋਲਾ ਟਾਲ ਕੇ ਗੁਰੂ ਟਾਲ ਗਿਆ, ਵੀ ਲੈਣਿਆਂ ਨੂੰ ਪਸੰਦ ਨਹੀਂ ਆਇਆ। ਸਤਿਗੁਰੂ ਪਾਤਸ਼ਾਹ ਨੇ ਉਸ ਬੀਬੀ ਦੇ ਪਰਥਾਏ ਦੋ ਸ਼ਬਦ ਉਚਾਰਨ ਕੀਤੇ ਨੇ, ਇੱਕ ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ, ਤੇ ਦੂਜਾ ਸ਼ਬਦ ਉਚਾਰਿਆ ਸੀ ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਓ। ਮਹਾਰਾਜ ਨੇ ਕਿਰਪਾ ਕੀਤੀ, ਉਸ ਬੀਬੀ ਨੂੰ ਲੰਮੇਰੀ ਉਮਰ ਬਖਸ਼ੀ, ਔਰ ਨਾਵੇਂ ਜਾਮੇ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਸ ਬੀਬੀ ਤੋਂ ਉਹ ਕੱਪੜੇ ਦਾ ਥਾਨ ਪ੍ਰਵਾਨ ਕੀਤਾ ਤੇ ਗੁਰਦੁਆਰਾ ਬਣਿਆ ਮਾਈ ਥਾਨ। ਕਿੰਨੀ ਇੰਤਜ਼ਾਰ ਕੀਤੀ, ਕਿੰਨਾ ਸਬਰ ਬੀਬੀ ਦੇ ਅੰਦਰ। ਅਸੀਂ ਕੀਰਤਪੁਰ ਸਾਹਿਬ ਜਾਂਦੇ ਹਾਂ, ਪੀਰ ਬੁੱਢਣ ਸ਼ਾਹ ਸਤਿਗੁਰੂ ਪਾਤਸ਼ਾਹ ਨੂੰ ਬੱਕਰੀ ਦਾ ਦੁੱਧ ਭੇਟ ਕਰਦਾ ਹੈ। ਹਜ਼ੂਰ ਕਹਿੰਦੇ ਬੁੱਢਣ ਸ਼ਾਹ ਕਾਹਲਾ ਨਾ ਪਾਓ, ਫੇਰ ਲੈ ਲਾਂਗੇ ਆਣ ਕੇ। ਤੇ ਸਾਡੇ ਵਰਗਾ ਹੁੰਦਾ ਕਹਿਣਾ ਸੀ ਵੀ ਸ਼ਾਇਦ ਗੁਰੂ ਨੂੰ ਬੱਕਰੀ ਦਾ ਦੁੱਧ ਹੀ ਚੰਗਾ ਨਹੀਂ ਲੱਗਾ, ਟਾਲਾ ਕਰ ਗਿਆ। ਛੇਵੇਂ ਜਾਮੇ 'ਚ ਗਏ ਤੇ ਕਹਿੰਦੇ ਵਿਧੀ ਚੰਦਾ ਬਾਕੀ ਦੇ ਕੰਮ ਬਾਅਦ ਵਿੱਚ, ਪਹਿਲਾਂ ਬੁੱਢਣ ਸ਼ਾਹ ਤੋਂ ਕੋ ਆਪਾਂ ਦੁੱਧ ਪੀਣਾ। ਇਹਨੂੰ ਕਹਿੰਦੇ ਸਹਿਜ ਅਵਸਥਾ। ਆਪਾਂ ਤਾਂ ਕਾਹਲੇ ਪੈਨੇ ਵੀ 15 ਪਾਠ ਕੀਤੇ ਤੇ ਰੱਬ ਮੇਰੇ ਸਾਹਮਣੇ ਹਾਜ਼ਰ ਨਹੀਂ, ਪੇਸ਼ ਨਹੀਂ ਹੋਇਆ। ਇਹ ਆਮ ਮਸਲਾ। ਮੈਂ ਤਕਰੀਬਨ ਗਾਇਬ ਜਦੋਂ ਮੇਰੀ ਡਿਊਟੀਆਂ ਦੀ ਬੇਨਤੀ ਕਰਦਾ ਰਹਿਣਾ, ਚਾਲੀਆਂ ਦਾ ਬੜਾ ਚੱਕਰ ਪਿਆ ਜੇ ਸਾਨੂੰ, ਚਾਲੀਆਂ ਦਾ। ਮੈਨੂੰ ਆਮ ਕਰਕੇ ਮੇਰੀਆਂ ਬੀਬੀਆਂ ਭੈਣਾਂ, ਪਤਾ ਨਹੀਂ ਹੈ ਤਾਂ ਮੈਂ ਸੁਭਾਅ ਦਾ ਕਾਹਲਾ, ਪਰ ਬੀਬੀਆਂ ਬੜਾ ਫੋਨ ਕਰਦੀਆਂ, ਕਹਿੰਦੇ ਗਿਆਨੀ ਜੀ 40 ਪਾਠ ਕਰ ਲਏ, ਅਜੇ ਤੱਕ ਗੱਲ ਨਹੀਂ ਬਣੀ। ਤੇ ਮੈਂ ਕਹਿੰਦਾ ਵੀ ਭੈਣ ਜੀ 42 ਕਰ ਲੇਗੀ ਤੇ ਸ਼ਾਇਦ ਬਣ ਜਾਏ। ਸਬਰ ਰੱਖੋ, ਕਾਹਲੇ ਨਾ ਪਾਓ। 40 ਪਾਠਾਂ ਦੀ ਗਿਣਤੀ ਤਾਂ ਕਰ ਲਈ, ਕਦੇ ਪਾਪਾਂ ਦੀ ਗਿਣਤੀ ਵੀ ਕਰਿਆ ਕਰੀਏ। ਆਪਾਂ ਪਾਠਾਂ ਦੀ ਗਿਣਤੀ ਤਾਂ ਕਰਦੇ ਵੀ 40 ਕਰ ਲਏ ਤੇ ਗੱਲ ਨਹੀਂ ਬਣੀ, 42 ਕਰ ਲਏ ਤੇ ਗੱਲ ਨਹੀਂ ਬਣੀ, ਕਿਤੇ ਗੁਨਾਹ ਤੇ ਪਾਪਾਂ ਨੂੰ ਵੀ ਗਿਣਿਆ ਕਰੀਏ। ਇਸ ਕਰਕੇ ਜਿੰਨਾ ਚਿਰ ਸਾਡੇ ਗੁਨਾਹ ਤੇ ਪਾਪ ਨਾ ਧੋਤੇ ਗਏ, ਅੱਖਰ ਕਿਵੇਂ ਲਿਖੇ ਜਾਣਗੇ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਨਾ, ਉਹਨਾਂ ਦਾ ਮਨ ਅਡੋਲ ਹੋ ਗਿਆ ਹੈ। ਤੇ ਜਿਨ੍ਹਾਂ ਦਾ ਮਨ ਅਡੋਲ ਹੋ ਗਿਆ ਹੈ, ਉਹਨਾਂ ਨੂੰ ਪਰਿਪੂਰਨ ਪ੍ਰਮਾਤਮਾ ਦੀ ਦੀਦਾਰ ਅੰਦਰੋਂ ਹੋ ਗਏ। ਤੂੰ ਆਪੇ ਦਾਨਾ ਆਪੇ ਬੀਨਾ। ਆਪਾਂ ਤਾਂ ਤਕਰੀਬਨ ਆਪਣੀਆਂ ਵਡਿਆਈਆਂ ਕਰਦੇ ਹਾਂ, ਆਪਣੀਆਂ ਵਡਿਆਈ। ਵੀ ਗਿਆਨੀ ਜੀ ਧਰਨਾ ਲੱਗਾ ਨਾ, ਮੈਂ ਉੱਥੇ 2 ਬੋਰੀਆਂ ਆਟਾ ਭੇਜਿਆ ਜੇ, ਮੈਂ ਉੱਥੇ 15 ਬਰਸ਼ ਭੇਜੇ ਜੇ, ਮੈਂ। ਲੇਕਿਨ ਗੁਰੂ ਕਹਿੰਦਾ ਮੈਨੂੰ ਪਾਸੇ ਕਰਕੇ ਤੂੰ ਵਾਲੇ ਪਾਸੇ ਆ। ਤੂੰ 2 ਬੋਰੀਆਂ ਭੇਜੀਆਂ ਤੇ ਕਿੰਨੀਆਂ ਖਾਧੀਆਂ ਰੱਬ ਨੇ ਤੈਨੂੰ ਦਿੱਤੀਆਂ, ਤੇ ਉਹਨਾਂ ਵਿੱਚੋਂ 2 ਬੋਰੀਆਂ ਭੇਜ ਕੇ ਤੇ ਆਪਣਾ ਨਾਂ ਕਰੀ ਜਾਂਦਾ। ਨਾ ਨਾ, ਉਹਦੇ ਅੱਗੇ ਅਰਦਾਸ ਕਰ, ਹੇ ਵਾਹਿਗੁਰੂ ਤੂੰ ਦਾਨਾ ਹੈ, ਦਨਾ ਹੈ, ਸਿਆਣਾ ਹੈ। ਬੀਨਾ ਤੋਂ ਭਾਵ ਵੇਖਣਾ, ਦੂਰ ਬੀਨ ਤੋਂ ਭਾਵ ਦੂਰ ਵੇਖਣ ਵਾਲੀ। ਖੁਰਦ ਬੀਨ ਤੋਂ, ਖੁਰਦ ਕਹਿੰਦੇ ਨੇ ਛੋਟੀ ਨੂੰ,
ਛੋਟੀ ਚੀਜ਼ ਨੂੰ ਵੇਖਣ ਵਾਲੇ ਦਾ ਨਾਂ ਹੈ ਖੁਰਦਬੀਨ। ਜਿਹੜੀ ਦੂਰ ਵੇਖਦੀ ਉਹਨੂੰ ਕਹਿੰਦੇ ਦੂਰਬੀਨ। ਹੇ ਮੇਰੇ ਮਾਲਕਾ, ਤੂੰ ਦਾਨਾ ਦਨਾ ਹੈ ਤੇ ਤੂੰ ਹਰ ਇੱਕ ਨੂੰ ਵੇਖਣ ਵਾਲਾ ਹੈ। ਤੂੰ ਦੇ ਰਹਿਮਤ ਸਾਈ। ਪਾਤਸ਼ਾਹ ਆਪਣੇ ਆਪ ਅਕਲ ਨਹੀਂ ਆਉਂਦੀ, ਜਿਨ੍ਹਾਂ ਨੂੰ ਤੂੰ ਮੱਤ ਦੇਣਾ ਉਹ ਸਿਆਣੇ ਬਣ ਜਾਂਦੇ ਹਨ। ਤੇਰੀ ਰਹਿਮਤ ਹੀ ਵਰਤਦੀ ਹੈ। ਮਨ ਬੈਰਾਗ ਰਤੋ ਬੈਰਾਗੀ। ਉਹ ਜਿਹੜੇ ਗੁਰਮੁਖ ਪਿਆਰੇ ਨੇ ਨਾ, ਉਹ ਦੁਨੀਆ ਦੇ ਮੋਹ ਤੋਂ ਪਰਾਂ ਹੋ ਗਏ। ਰਾਗ ਦਾ ਅਰਥ ਦਾ ਮੋਹ ਪਕੜ, ਬੜੀ ਲੰਮੀ ਚੌੜੀ ਵਿਆਖਿਆ, ਪਰ ਸਮੇਂ ਦੀ ਮਜਬੂਰੀ ਕਰਕੇ ਆਪਾਂ ਜਾ ਨਹੀਂ ਸਕਦੇ। ਮਨ ਬੈਰਾਗ ਰਤੋ ਬੈਰਾਗੀ। ਦੁਨੀਆ ਦੇ ਪਦਾਰਥਾਂ ਵੱਲੋਂ ਮਨ ਅਚਾਟ ਹੋ ਕਰਕੇ ਪ੍ਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਗਿਆ, ਤੇ ਜਿਨ੍ਹਾਂ ਦਾ ਰੰਗਿਆ ਗਿਆ ਹੈ। ਸ਼ਬਦ ਮਨ ਵਿਦਿਆ ਮੇਰੀ ਮਾਈ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ, ਗੁਰੂ ਦੇ ਉਪਦੇਸ਼ ਦੇ ਨਾਲ ਉਹਨਾਂ ਦਾ ਮਨ ਵਿੰਨਿਆ ਗਿਆ। ਗੁਰੂ ਦੇ ਉਪਦੇਸ਼ ਦੇ ਨਾਲ ਉਹਨਾਂ ਦਾ ਮਨ ਵਿੰਨਿਆ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਭਾਈ ਲਾਲੋ ਜੀ ਦੇ ਘਰ ਗਏ ਤੇ ਸਤਿਗੁਰੂ ਪਾਤਸ਼ਾਹ ਨੇ ਪੁੱਛਿਆ, ਭਾਈ ਕੀ ਕਰਨਾ ਹੈ? ਗੱਲ ਕਰ ਰਹੇ ਹਾਂ ਮਨ ਵਿਦਿਆ ਮੇਰੀ ਮਾਈ। ਇੱਕੇ ਗੱਲ ਨਾਲ ਗੱਲ ਬਣ ਜਾਏਗੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਲਾਲੋ ਕੀ ਪਿਆ ਕਰਨਾ ਹੈ? ਪ੍ਰਾਤਨ ਜਨਮ ਸਾਖੀ ਦੇ ਬੋਲ ਨੇ। ਭਾਈ ਲਾਲੋ ਜੀ ਕਹਿਣ ਲੱਗਾ, ਪਾਤਸ਼ਾਹ ਕਿੱਲੇ ਪਿਆ ਘੜਨਾ ਹੈ। ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਲਾਲੋ ਜ਼ਿੰਦਗੀ ਪ੍ਰਜੰਤ ਕਿੱਲੇ ਘੜੀ ਜਾਵਾਂਗਾ, ਕਿਤੇ ਮਨ ਵੀ ਘੜ ਲਿਆ ਕਰ। ਬੜੀ ਲੰਮੀ ਚੌੜੀ ਚਰਚਾ ਨਹੀਂ ਜੀ ਹੋਈ ਉੱਥੇ, ਜੋ ਮੈਂ ਪੜ੍ਹਿਆ ਤਿਰਕੰਥਾ 'ਚ ਕੇਵਲ ਇੰਨੀ ਗੱਲ ਕਹੀ ਹੈ। ਸੋ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਤੇ ਕਿਰਪਾ ਨਾ ਭਾਈ, ਉਹਨਾਂ ਦਾ ਇੱਕ ਬਚਨ ਦੇ ਨਾਲ ਹੀ ਮਨ ਵਿੰਨਿਆ ਗਿਆ। ਆਪਾਂ ਬਾਬੇ ਕਬੀਰ ਦਾ ਸ਼ਲੋਕ ਪੜ੍ਹਦੇ ਹਾਂ, ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇਜੇ ਸ਼ੇਕ। ਅੰਤਰ ਜੋਤ ਨਿਰੰਤਰ ਬਾਣੀ। ਉਹ ਪਰਿਪੂਰਨ ਪ੍ਰਮਾਤਮਾ ਦਾ ਪ੍ਰਕਾਸ਼ ਸਾਡੇ ਹਿਰਦੇ ਦੇ ਅੰਦਰ ਹੈ। ਆਪਾਂ ਤਾਂ ਕਿਸੇ ਨੇ ਘਿਓ ਦੇ ਦੀਵੇ ਬਾਲ ਲਏ, ਕਿਸੇ ਨੇ ਤੇਲ ਦੇ ਬਾਲ ਲਏ। ਗੁਰਮੁਖੋ, ਅਸਲੀ ਜੋਤ ਕਿਹੜੀ ਹੈ? ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸੋ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਨਿਰੰਤਰ ਲਗਾਤਾਰ ਉਸ ਪ੍ਰਮਾਤਮਾ ਦਾ ਚਿੰਤਨ ਕਰਨ ਦੇ ਨਾਲ ਜਿਹੜੀ ਉਹ ਲਾਈਟ ਹੈ, ਚਾਨਣ ਹੈ, ਉਹ ਤੈਨੂੰ ਅੰਦਰੋਂ ਮਹਿਸੂਸ ਹੋਵੇਗਾ। ਸੱਚੇ ਸਾਹਿਬ ਸਿਉ ਲਿਵ ਲਾਈ। ਪਰ ਕਿਹਨਾਂ ਨੂੰ ਮਹਿਸੂਸ ਹੋਇਆ? ਜਿਨ੍ਹਾਂ ਦੀ ਸੱਚੇ ਪ੍ਰਮਾਤਮਾ ਨਾਲ ਲਿਵ ਲੱਗ ਗਈ ਹੈ। ਆਪਾਂ ਰੋਜ਼ਾਨਾ ਆਨੰਦ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ। ਸਤਿਗੁਰੂ ਅਮਰਦਾਸ ਪਾਤਸ਼ਾਹ ਨੇ ਕੇਵਲ ਤੇ ਕੇਵਲ ਇੱਕ ਪੌੜੀ ਇਸ ਲਿਵ ਦੇ ਸੰਬੰਧ ਵਿੱਚ ਉਚਾਰਨਾ ਕੀਤੀ ਹੈ। ਲਿਵ ਦੇ ਸੰਬੰਧ ਵਿੱਚ, ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਝੋਂ, ਕਿਆ ਕਰੇ ਵਿਚਾਰੀਆ, ਤੁਧ ਬਾਦ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀਆ। ਲਿਵ ਤੋਂ ਭਾਵ ਹੁੰਦਾ ਬਿਰਤੀ, ਅੰਦਰ ਦੀ ਇਕਾਗਰਤਾ, ਸੁਰਤੀ। ਉਹਨਾਂ ਗੁਰਮੁਖ ਪਿਆਰਿਆਂ ਦੀ ਜਿਹੜੀ ਲਿਵ ਹੈ ਨਾ, ਅੰਦਰ ਦੀ ਸੁਰਤੀ, ਉਹ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਨਾਲ ਜੁੜੀ ਹੋਈ ਹੈ। ਰਹਾਉ ਅਸੰਖ ਬਰਾਗੀ ਕਹਿ ਬਰਾਗ। ਸਤਿਗੁਰੂ ਪਾਤਸ਼ਾਹ ਕਹਿੰਦੇ ਗਿਣਤੀ ਤੋਂ ਰਹਿਤ, ਅਸੰਖ ਤੋਂ ਭਾਵ ਅਣਗਿਣਤ, ਜਿਹੜੇ ਗਿਣੇ ਨਾ ਜਾ ਸਕਣ। ਕਹੇ ਬਰਾਗ, ਵਰਾਗ ਦੀਆਂ ਗੱਲਾਂ ਬੜੀਆਂ ਕਰਦੇ ਹਨ। ਬੇਗਿਣਤ ਲੋਕ ਵਰਾਗ ਦੀਆਂ ਗੱਲਾਂ ਤਾਂ ਬੜੀਆਂ ਕਰਦੇ ਹਨ। ਸੋ ਬਰਾਗੀ ਜੇ ਖਸਮ ਭਾਵੈ। ਅਸਲੀ ਵਰਾਗੀ ਉਹ ਹੈ ਜਿਹੜਾ ਮਾਲਕ ਨੂੰ ਭਾ ਜਾਏ। ਅਸੀਂ ਸਿੱਖ ਇਤਿਹਾਸ ਪੜ੍ਹਦੇ, ਇੱਕ ਗੁਰੂ ਕੇ ਲਾਲ ਦਾ ਸਾਨੂੰ ਸਾਰਿਆਂ ਨੂੰ ਜਾਣਕਾਰੀ ਹੈ। ਮਾਧੋ ਦਾਸ ਬਰਾਗੀ, ਬਰਾਗੀ ਖਾਉਂਦਾ ਪਰ ਬਰਾਗੀਆਂ ਵਾਲੇ ਕੰਮ ਨਹੀਂ। ਰੱਬ ਦੇ ਪਿਆਰਿਆਂ ਨੂੰ ਮੰਜੇ ਤੇ ਬਿਠਾ ਕਰਕੇ ਮੁੜ ਕੇ ਮੰਜਾ ਮੂਧਾ ਕਰਦਾ। ਮੰਜਾ ਹੁਣ ਤਾਂ ਰਿਵਾਜ ਘਟ ਗਿਆ ਹੈ। ਅੱਗੇ ਪਿੰਡਾਂ 'ਚ ਰਿਵਾਜ ਵੇਖਿਆ ਸੀ ਵੀ ਬੀਬੀਆਂ ਨੇ ਪ੍ਰਾਹੁਣੇ ਨੂੰ ਬਿਠਾਉਣਾ ਤੇ ਮੁੜ ਕੇ ਮੰਜਾ ਮੂਧਾ ਕਰਕੇ ਤਾੜੀ ਮਾਰਨੀ। ਤੇ ਮੈਨੂੰ ਕਿਸੇ ਨੇ ਪੁੱਛਿਆ ਵੀ ਗਿਆਨੀ ਜੀ ਇਹ ਗੱਲ ਗੁਰਮਤਿ ਮੁਤਾਬਕ ਹੈ? ਮੈਂ ਕਿਹਾ ਪਤਾ ਨਹੀਂ ਗੁਰਮਤਿ ਮੁਤਾਬਕ ਹੈ ਕਿ ਨਹੀਂ, ਪਰ ਮੈਨੂੰ ਜਾਪਦਾ ਵੀ ਮਾਧੋ ਦਾਸ ਬਰਾਗੀ ਦੀਆਂ ਭੈਣਾਂ ਨੇ ਬੀਬੀਆਂ,
ਜਵਾਈ ਘਰ ਆਇਆ ਤੇ ਉਹਨੂੰ ਮੂਧਿਆਂ ਸੁੱਟ ਦੇਣਾ, ਮੰਜਾ ਮੂਧਾ ਕਰ ਦੇਣਾ। ਇਹ ਬੜੀ ਘਟੀਆ ਰਵਾਇਤ ਸੀ, ਸਾਡੇ 'ਚ ਹੁਣ ਘਟ ਗਈ ਹੈ। ਮਾਧੋ ਦਾਸ ਬੰਦੇ ਨੂੰ ਪਲੰਘੇ ਤੇ ਬਿਠਾ ਕੇ ਮੁੜ ਕੇ ਮੂਧਿਆਂ ਕਰਦਾ ਹੈ। ਕਲਗੀਧਰ ਪਾਤਸ਼ਾਹ ਵਾਸਤੇ ਵੀ ਇੱਕੋ ਜਿਹਾ ਯਤਨ ਕਰਨ ਲੱਗਾ, ਗੱਲ ਨਾ ਬਣੀ। ਹਜ਼ੂਰ ਦੇ ਚਰਨਾਂ ਤੇ ਢਹਿ ਕਹਿਣ ਲੱਗਾ ਮੈਂ ਤੇਰਾ ਬੰਦਾ, ਤੇ ਗੁਰਦੇਵ ਕਹਿਣ ਲੱਗੇ ਜੇ ਬੰਦਾ ਤੇ ਬੰਦਿਆਂ ਵਾਲੇ ਕੰਮ ਕਰ। ਲੰਮਾ ਬਖਿਆਨ ਨਹੀਂ ਹੋਇਆ। ਜਦੋਂ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਕੀਤਾ ਤੇ ਗੱਲ ਨਾ ਬਣੀ ਤੇ ਕਹਿਣ ਲੱਗਾ ਮੈਂ ਤੁਹਾਡਾ ਬੰਦਾ। ਹਜ਼ੂਰ ਕਹਿੰਦੇ ਬੰਦਿਆਂ ਵਾਲੇ ਕੰਮ ਕਰ। ਇਹੋ ਜਿਹਾ ਬੰਦਾ ਬਣਿਆ ਵੀ ਗੁਰਮੁਖੂ ਨੇ ਆਪਣਾ ਗੁਰੂ ਕੇ ਚਰਨਾਂ ਤੋਂ ਕੁਰਬਾਨ ਕਰ ਦਿੱਤਾ। ਆਪਾਂ ਬੱਚਿਆਂ ਵਾਲਿਆਂ, ਸਮਾਂ ਨਹੀਂ ਕਿ ਪਾਸੇ ਮੈਂ ਜਾਵਾਂ। 4 ਸਾਲ ਦਾ ਬੇਟਾ ਬਾਬਾ ਅਜੈ ਸਿੰਘ ਉਹਦੀਆਂ ਬੋਟੀਆਂ ਕੱਟ ਕੇ ਉਹਦੇ ਮੂੰਹ ਵਿੱਚ ਪਾਉਣ ਦਾ ਯਤਨ ਕਰਦੇ ਨੇ, ਪਰ ਗੁਰੂ ਕਾ ਲਾਲ ਡੋਲਿਆ ਨਹੀਂ। ਕਿਉਂ? ਉਹ ਖਸਮ ਨੂੰ ਭਾ ਗਿਆ, ਉਹ ਮਾਲਕ ਦੇ ਦਰ ਪ੍ਰਵਾਨ ਚੜ੍ਹ ਗਿਆ। ਚੜਿਆ ਕਿਵੇਂ? ਹਿਰਦਾ ਸ਼ਬਦ ਸਦਾ ਭੈ ਰਚਿਆ। ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਗੁਰੂ ਦਾ ਉਪਦੇਸ਼ ਹੋਣ ਕਰਕੇ ਉਹ ਭੈ ਦੇ ਸਹਿਤ ਹਨ। ਜਿੰਨਾ ਚਿਰ ਆਪਾਂ ਭੈ ਨਾ ਕਰਾਂਗੇ ਉਹਨਾਂ ਚਿਰ ਬਾਤ ਨਹੀਂ ਜੇ ਬਣਨੀ। ਆਪਾਂ ਕਸ਼ਹਿਰਾ ਪਾਇਆ, ਭੈ ਰੱਖੀਏ। ਸਤਿਗੁਰੂ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ ਜਤ ਭਾਰਾ ਧੀਰਜ ਸੁਨਿਆਰ। ਅਸੀਂ ਕੜਾ ਪਾਇਆ ਤੇ ਕੜਾ ਕਹਿੰਦਾ ਪਰਾਏ ਤਨ ਤੇ ਧਨ ਤੋਂ ਬਚਣਾ ਕਰ। ਅਸੀਂ ਕਿਰਪਾਨ ਪਾਈਏ, ਇਹ ਜੀ ਵੱਢਣ ਲਈ ਨਹੀਂ, ਇਹ ਕਿਰਪਾ ਕਰਨ ਲਈ ਹੈ, ਇਹ ਸਵੈ ਮਾਨ ਲਈ ਹੈ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਹਿਰਦੇ ਸ਼ਬਦ ਸਦਾ ਭੈ ਰਚਿਆ। ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਅੰਦਰ ਗੁਰੂ ਦਾ ਉਪਦੇਸ਼ ਹੈ ਉਹ ਸਦਾ ਵਾਸਤੇ ਪਰਿਪੂਰਨ ਪ੍ਰਮਾਤਮਾ ਤੇ ਗੁਰੂ ਦਾ ਭੈ ਰੱਖਦੇ ਨੇ, ਖੌਫ ਰੱਖਦੇ ਹਨ। ਗੁਰ ਕੀ ਕਾਰ ਕਮਾਵੇ। ਜੋ ਗੁਰੂ ਪਾਤਸ਼ਾਹ ਦਾ ਹੁਕਮ ਹੈ, ਜਿਹੜੀ ਗੁਰੂ ਦਾ ਕੰਮ ਕਰਨ ਦੀ ਸਾਨੂੰ ਆਗਿਆ, ਉਹ ਗੁਰੂ ਕੇ ਲਾਲ ਕਰਦੇ ਹਨ। ਏਕੋ ਚੇਤਾ ਮਨੁਆ ਨਾ ਡੋਲੇ। ਪਰਮੇਸ਼ਰ ਦੇ ਪਿਆਰੇ ਕੇਵਲ ਤੇ ਕੇਵਲ ਇੱਕ ਨੂੰ ਚੇਤੇ ਕਰਦੇ ਹਨ। ਅਸੀਂ ਦਸਮ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ। ਹਜ਼ੂਰ ਨੇ ਸਾਨੂੰ ਵਾਰ-ਵਾਰ ਹਦਾਇਤ ਕੀਤੀ, ਬਿਨ ਕਰਤਾਰ ਨਾ ਕਿਰਤਮ ਮਾਨੋ, ਇੱਕ ਬਿਨ ਦੂਸਰ ਸੋ ਨਾ ਚਨਾਰ। ਕੇਵਲ ਤੇ ਕੇਵਲ ਇੱਕ ਨੂੰ ਚੇਤੇ ਕਰਨ ਕਰਕੇ ਉਹਨਾਂ ਦਾ ਮਨ ਡੋਲਦਾ ਨਹੀਂ। ਧਾਵਤ ਵਰਜ ਰਹਾਵੇ। ਤੇ ਜੇ ਮਨ ਦੌੜਦਾ ਤੇ ਗੁਰਮੁਖੋ ਉਹਨੂੰ ਵਾਰ-ਵਾਰ ਇਕਾਗਰ ਕਰਨ ਦਾ, ਬੁਲਾਉਣ ਦਾ ਯਤਨ ਕਰਨਾ। ਅਸੀਂ ਅਰਦਾਸ ਸੁਣਦੇ ਹਾਂ, ਕਰਦੇ ਹਾਂ। ਗੁਰੂ ਕੇ ਲਾਜ ਨੂੰ ਅਰਦਾਸ ਕਰਦੇ ਨੇ, ਜੋ ਗੁਰਮਤਿ ਮਰਿਆਦਾ ਹੈ। ਪੰਜਾਂ ਪਿਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹੀ ਸੀਤ ਤੇ ਬੰਦ ਕਟਵਾਏ, ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਹੜਾ ਵਾਰ-ਵਾਰ ਬੁਲਾਇਆ ਜਾਂਦਾ ਨਾ, ਉਹਦਾ ਮੇਨ ਕਾਰਨ ਹੈ ਵੀ ਸਾਡਾ ਮਨ ਦੌੜਦਾ ਤੇ ਉਸ ਮਨ ਨੂੰ ਦੁਬਾਰਾ ਉੱਥੇ ਹਾਜ਼ਰ ਕੀਤਾ ਜਾਏ। ਵਾਰ-ਵਾਰ ਜੋ ਸਾਡੇ ਅਰਦਾਸੀਏ ਭਰਾ ਗੁਰੂ ਕੇ ਲਾਲ ਅਰਦਾਸ ਵਿੱਚ ਵਾਹਿਗੁਰੂ ਵਾਹਿਗੁਰੂ ਕਹਿੰਦੇ, ਬੋਲੋ ਭਾਈ ਜੀ ਵਾਹਿਗੁਰੂ, ਬੋਲੋ ਭਾਈ ਜੀ ਵਾਹਿਗੁਰੂ ਤੋਂ ਭਾਵ ਹੈ ਮਨ ਇੱਕਦਮ ਗੁਰਮੁਖ ਪਾਸੇ ਖਿਸਕ ਜਾਂਦਾ ਹੈ। ਤੇ ਜਿੰਨਾ ਚਿਰ ਹਾਜ਼ਰ ਨਾ ਆਇਆ ਗੱਲ ਕਿਵੇਂ ਬਣੇਗੀ? ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੀ ਉਹ ਗੁਰਮੁਖ ਵਰਤੋਂ ਭਾਵ ਰੋਕਣਾ, ਉਹ ਰੋਕ ਕਰਕੇ ਤੇ ਮਨ ਨੂੰ ਟਿਕਾਉਂਦੇ ਹਨ। ਸਹਜੇ ਮਾਤਾ ਸਦਾ ਰੰਗ ਰਾਤਾ। ਇਹਨਾਂ ਨੂੰ ਭਾਈ ਅਡੋਲਤਾ ਦਾ ਰੰਗ ਚੜ ਗਿਆ, ਉਹ ਸਦੀਵੀ ਤੌਰ ਤੇ ਰੰਗੇ ਰਹਿੰਦੇ ਹਨ। ਸਾਚੇ ਕੇ ਗੁਣ ਗਾਵੇ। ਔਰ ਇਸ ਪ੍ਰਕਾਰ ਉਹ ਸੱਚੇ ਪ੍ਰਮਾਤਮਾ ਦੀ ਵਡਿਆਈ ਕਰਦੇ ਨੇ। ਸਾਡੇ ਇੱਕ ਬਹੁਤ ਵੱਡੀ ਕ੍ਰਿਤੀ ਹੋਈ ਹੈ। ਮੈਂ ਤਕਰੀਬਨ ਹਰ ਰੋਜ਼ ਇਹਦੇ ਬਾਰੇ ਬੇਨਤੀ ਕਰਦਾ ਰਹਿੰਦਾ। ਬੜੀ ਸਾਡੇ 'ਚ ਗਲਤ ਰਿਵਾਜ ਆ ਰਿਹਾ ਹੈ। ਗੁਰੂ ਕਾ ਦੀਵਾਨ ਲੱਗਾ, ਕੋਈ ਪਰਬ ਹੈ, ਕਿਸੇ ਮਹਾਂਪੁਰਸ਼ ਦੀ ਬਰਸੀ ਮਨਾਈ ਜਾ ਰਹੀ ਹੈ। ਕੋਈ ਵੀ ਥੋੜ੍ਹਾ ਜਿਹਾ 4 ਪੈਸਿਆਂ ਵਾਲਾ ਬੰਦਾ ਆਉਂਦਾ ਨਾ, ਤੇ ਪ੍ਰਬੰਧਕ ਇੱਕਦਮ ਕਹਿਣਗੇ ਜੀ ਫਲਾਣੇ ਸਾਹਿਬ ਨੇ ਚਰਨ ਪਾਏ ਨੇ, ਬੜਾ ਧੰਨਵਾਦ ਕਰਦੇ ਹਾਂ, ਰੱਬ ਦਾ ਵਾਸਤਾ ਜੇ ਬੇਨਤੀ ਕਰਾਂਗਾ ਪਾਪ ਨਾ ਕਰਿਆ ਕਰੀਏ। ਸਾਹਿਬ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਕਿੰਨੇ ਕੁ ਸਾਹਿਬਾਂ ਦੀ ਗੱਲ ਕਰੋਗੇ? ਔਰ ਇੱਥੋਂ ਤੱਕ ਨਿਗਰ ਗਏ ਆ ਵੀ ਰਾਗੀ ਸਿੰਘ ਕੀਰਤਨ ਕਰਦੇ ਤੇ ਉਹਨੂੰ ਕਹਿੰਦੇ ਵੀ ਭਾਈ ਸਾਹਿਬ ਆਹ ਸ਼ਬਦ ਪੂਰਾ ਕਰ ਲਓ, ਅਸੀਂ ਪਹਿਲਾਂ ਸਰੋਪਾ ਦੇ ਕੇ ਇਹਨੂੰ ਵਿਦਾ ਕਰ ਲਓ, ਤੇ ਜੇ ਵਿਦਾ ਕਰਨਾ ਤੇ ਉਹਨੂੰ ਕਹੋ ਵੀ ਆਉਣ ਹੀ ਨਾ। ਕਿਹੋ ਜਿਹੇ ਉਹ ਆਏ ਜਿਨ੍ਹਾਂ ਨੇ ਕੀਰਤਨ ਨੂੰ ਰੋਕ ਦਿੱਤਾ।
ਸਾਹਿਬ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਗੁਰੂ ਕੀ ਵਡਿਆਈ ਛੱਡ ਕੇ ਤੇ ਚਿਮਚਿਆਂ ਦੀ ਵਡਿਆਈ ਨਾ ਕਰਿਆ ਕਰੋ, ਮਾਰੇ ਜਾਵਾਂਗੇ। ਸਾਹਿਬ ਮੇਰਾ ਏਕੋ ਹੈ ਭਈ ਏਕੋ ਹੈ। ਪਤਾ ਨਹੀਂ ਗੁਰੂ ਕੀ ਹਜ਼ੂਰੀ ਚ ਕਿੰਨੇ ਕੁ ਸਾਹਿਬ ਇਕੱਠੇ ਕਰ ਲੈਂਦੇ ਨੇ। ਕੇਵਲ ਤੇ ਕੇਵਲ ਸਾਡੇ ਵਾਸਤੇ 10 ਗੁਰੂ ਸਮਾਨ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਵੱਡਾ ਕੋਈ ਸਾਹਿਬ ਨਹੀਂ। ਪਤਾ ਨਹੀਂ ਕੀ ਗੱਲ ਹੈ, ਅਸੀਂ ਭੁੱਲ ਜਾਣੇ ਰਾਣਾ ਰਾਓ ਨਾ ਕੋਰ ਹੈ। ਗਿਆਨੀ ਜੀ ਚਲਦੀ ਬੜੀ ਤੇ ਮਾੜਾ ਮੋਟਾ ਕਰਨਾ ਪੈਂਦਾ। ਤੁਹਾਡਾ ਜੋ ਗਿਆਨੀ ਜੀ ਚਲਦੀ ਬੜੀ ਤੇ ਮਾੜਾ ਮੋਟਾ ਕਰਨਾ ਪੈਂਦਾ, ਪਰ ਯਾਦ ਰੱਖਿਆ ਜੇ ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ। ਅਸੀਂ ਭੁੱਲ ਗਏ ਮੇਰੀ ਮੇਰੀ ਕੈਰੋਂ ਕਰਤੇ, ਤ੍ਰਿਯੋਧਨ ਸੇ ਭਾਈ, 12 योजन छतर चले था, देही गिरद न खाई, सर्ब सोइन की लंका होती, रावण से अधकाई, कहाँ भयो दर बांधे हाथी, खिन में भई पराई। ਮਨਵਾ ਪੌਣ ਬਿੰਦ ਸੁਖ ਵਾਸੀ। इस प्रकार गुरमुखा ਇਹਦਾ ਮਨ ਨਾ ਪੌਣ ਤਰ੍ਹਾਂ ਚੱਲਦਾ, ਹਵਾ ਤਰ੍ਹਾਂ ਦੌੜਦਾ ਹੈ। ਤੇ ਜੇ ਕਿਤੇ ਬਿੰਦ ਦਾ ਭਾਵ ਹੁੰਦਾ ਥੋੜਾ ਜਿਹਾ ਬਿੰਦ, ਇਹ ਕਿਤੇ ਆਪਾਂ ਮਾਲਵੇ ਵਿੱਚ ਜਾਈਏ ਨਾ ਤੇ ਆਪਾਂ ਤਾਂ ਕਹਿੰਦੇ ਥੋੜਾ, ਉਹ ਸਾਡੇ ਵੀਰ ਕਹਿੰਦੇ ਬਿੰਦਕ ਥੋੜਾ ਜਿਹਾ। ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਮਨਵਾ ਪੌਣ ਬਿੰਦ ਸੁਖ ਵਾਸੀ। ਜਿਹੜਾ ਮਨ ਹਵਾ ਦੀ ਤਰ੍ਹਾਂ ਦੌੜਦਾ ਨਾ, ਜੇ ਕਿਤੇ ਬਿੰਦਕ ਥੋੜਾ ਜਿਹਾ ਸਮਾਂ ਵੀ ਟਿਕ ਜਾਏ ਤੇ ਤੇਰਾ ਸੁੱਖਾਂ 'ਚ ਨਿਵਾਸ ਹੋ ਜਾਏ। ਕਲਗੀਧਰ ਬਾਪੂ ਨੇ ਮੋਹਰ ਵੀ ਲਾਈ, ਕਹਿੰਦੇ ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ बीच न आयो, नाम वसा सुख भाई। इस प्रकार गुरमुखो जदों हिरदे दे अंदर नाम टिकिया फिर सुख ही सुख है। जिहबा नेत्र सोतर सच राते, उन्हां गुरमुख प्यारियां दी जिहड़ी जबान, उन्हां दीयां अखां, ये सच्चे परमात्मा दे प्रेम च रंगे गए। ਸਾਡਾ ਸਾਰਿਆਂ ਦਾ ਇੱਕ ਸਾਂਝਾ ਮਸਲਾ ਹੈ। ਇਹ ਤਕਰੀਬਨ ਜਦੋਂ ਵੀ ਗੁਰੂ ਕੀ ਸਿੱਖ ਮਿਲਦੇ ਨੇ, ਭੈਣਾਂ ਭਰਾ ਵੀਰ, ਇਹ ਆਮ ਗੱਲ ਕਹਿਣਗੇ ਭਾਈ ਸਾਹਿਬ ਜੀ ਮਨ ਨਹੀਂ ਲੱਗਦਾ। ਅਸੀਂ ਬਾਣੀ ਪੜ੍ਹਦੇ ਹਾਂ, ਅੰਮ੍ਰਿਤ ਛਕਿਆ ਇੰਨੇ ਸਾਲ ਹੋ ਗਏ ਨੇ। ਇਹਦਾ ਗੁਰਮੁਖੋ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਲੋਕਾਂ ਨੂੰ ਬਾਣੀ ਸੁਣਾਉਣ ਦੀ ਨਾਲ ਨਾਲ ਆਪਣੇ ਆਪ ਨੂੰ ਸੁਣਾਈਏ। ਮਨ ਨੂੰ ਟਿਕਾਉਣ ਦਾ ਜੋ ਮੈਂ ਆਪਣਾ ਉਸਤਾਦ ਜੀ ਦੇ ਕੋਲ ਢੰਗ ਤਰੀਕਾ ਸਿੱਖਿਆ ਨਾ, ਸੰਤ ਬਾਬਾ ਕਰਤਾਰ ਸਿੰਘ ਹਰਾਂ ਕੋਲੋਂ, ਇੱਕੋ ਇੱਕ ਤਰੀਕਾ ਹੈ ਵੀ ਬਾਣੀ ਨਾਲੇ ਪੜ੍ਹੋ ਤੇ ਨਾਲੇ ਆਪ ਸੁਣੋ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਲਾਓ। ਆਪਾਂ ਸੁਣਨਾ ਤੇ ਸੁਣਾਉਣਾ ਕਿਤੇ ਆਪਾਂ ਤਾਂ ਗੁਰੂ ਪਿਆਰੇ ਦਰਬਾਰ ਸਾਹਿਬ ਵੇਖਿਆ ਮੈਂ ਆਪਣੇ ਭੈਣਾਂ ਭਰਾਵਾਂ ਨੂੰ, ਥੱਲੇ ਕੀਰਤਨ ਹੋ ਰਿਹਾ ਤੇ ਗੁੜਕਾ ਫੜ ਕੇ ਬੈਠੇ ਨੇ, ਪੱਲੇ ਕੱਖ ਵੀ ਨਹੀਂ ਪੈਂਦਾ। ਮੈਂ ਬਾਣੀ ਪੜ੍ਹਨ ਦੀ ਉਲਟ ਨਹੀਂ, ਮੈਂ ਗੁਰੂ ਕਾ ਸਿੱਖ ਹਾਂ। ਕੀ ਤੈਨੂੰ ਕੀਰਤਨ ਤੇ ਵਿਸ਼ਵਾਸ ਨਹੀਂ? ਗੁਰਮੁਖੋ ਕੱਲ ਅਸੀਂ ਸੁਣ ਵੀ ਨਹੀਂ ਸਕਦੇ, ਬਾਣੀ ਪੜ੍ਹਦਿਆਂ ਵੀ ਮਨ ਨਹੀਂ ਟਿਕਦਾ। ਇਹ ਦੋ ਕੰਮ ਕਿਵੇਂ ਹੋਣਗੇ? ਇਹ ਆਪਣੇ ਨਾਲ ਧੋਖਾ, ਆਪਣੇ ਆਪ ਨਾਲ ਧੋਖਾ। ਵੀ ਤੂੰ ਦਰਬਾਰ ਸਾਹਿਬ ਆਇਆ, ਸੁਣ ਲਈ ਆਇਆ, ਬਾਣੀ ਤਾਂ ਘੜ ਵੀ ਪੜ੍ਹ ਸਕਦਾ ਹੈ। ਆਪਾਂ ਉਪਰਾਲਾ ਕਰਿਓ, ਮਨ ਕੀਰਤਨ ਸੁਣਿਆ ਜਾਏ। ਸਾਰੇ ਯਤਨ ਬਾਣੀ ਪੜ੍ਹਨੀ, ਬਾਣੀ ਸੁਣਨੀ ਸਾਡਾ ਟਾਰਗੇਟ ਹੈ ਵੀ ਕਿਤੇ ਮਨ ਇਕਾਗਰ ਹੋ ਜਾਏ। ਤੇ ਆਪਾਂ ਤਾਂ ਇਕਾਗਰ ਹੋਣ ਹੀ ਨਹੀਂ ਦਿੰਦੇ। ਮੇਰੇ ਪਾਤਸ਼ਾਹ ਕਹਿੰਦੇ ਜੇਬਾ ਜ਼ਬਾਨ, ਨੇਤਰ ਅੱਖਾਂ, ਸੋਤਰ ਕੰਨ। ਜ਼ਬਾਨ ਨਾਲ ਵਾਹਿਗੁਰੂ ਬੋਲਦੇ ਨੇ, ਕੰਨਾਂ ਨਾਲ ਸੁਣਦੇ ਨੇ, ਅੱਖਾਂ ਦੇ ਨਾਲ ਵਾਹਿਗੁਰੂ ਵੇਖਦੇ ਨੇ ਵੀ ਸਾਰਿਆਂ ਵਿੱਚ ਵਾਹਿਗੁਰੂ ਵਸਦਾ। ਕਿਹੜੀ ਜਗ੍ਹਾ ਹੈ ਜਿੱਥੇ ਪ੍ਰਮਾਤਮਾ ਨਹੀਂ? ਜਲ ਬੂਝੀ ਤੁਝ ਹੈ ਬੁਝਾਈ। ਮਾਲਕਾ ਜੇ ਤੂੰ ਕਿਰਪਾ ਕਰੇ, ਜਿਹੜੀ ਮੇਰੇ ਅੰਦਰ ਅੱਗ ਲੱਗੀ ਹੈ ਨਾ, ਇਹ ਬੁਝ ਜਾਵੇਗੀ, ਬੁਝ ਸਕਦੀ ਹੈ। ਆਸਨ ਰਾਸ ਰਹਿ ਬੈਰਾਗੀ। ਇਹਦਾ ਤਰੀਕਾ ਕੀ ਕਿ ਗੁਰਮੁਖੋ ਆਸਾ ਵਾਲੇ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਰਾਹ ਸਮਝਣਾ। ਆਪਾਂ ਤਾਂ ਲੰਮੇ ਦਾਅਵੇ ਕਰਦੇ ਹਾਂ। ਸਾਡੇ ਭਾਰਤੀ ਸਮਾਜ ਵਿੱਚ ਇੱਕ ਤਰੀਕਾ ਸੀ, ਮਹਾਤਮਾ ਜਨ ਉਦਾਸੀ ਕਹਿ ਲਓ, ਨਿਰਮਲੇ ਕਹਿ ਲਓ, ਹੋਰ ਸੰਪਰਦਾਵਾਂ ਦੇ ਮਹਾਤਮਾ ਕਫਣੀ ਪਾਉਂਦੇ ਸਨ। ਕਫਣੀ ਬਾਹਾਂ ਨਹੀਂ ਸੀ ਕੱਪੜੇ ਨੂੰ, ਉਹਨੂੰ ਖੱਪਣੀ ਬੋਲਦੇ ਸਨ। ਉਹਦੇ ਪਿੱਛੇ ਇਨਡਾਇਰੈਕਟ ਕੋਈ ਕਾਰਨ ਸੀ। ਇਹਦਾ ਭਾਵ ਹੀ ਨਹੀਂ ਵੀ ਖੱਪਣ ਨਾਲ ਰੱਬ, ਉਸ ਕੱਪੜੇ ਨਾਲ ਰੱਬ ਮਿਲ ਜਾਏਗਾ। ਉਹਦਾ ਅੰਤਰੀ ਭਾਵ ਇਹ ਸੀ ਵੀ ਤੂੰ ਮੁਰਦੇ ਨੇ ਜਿਵੇਂ ਖੱਫਣ ਪਾ ਲਿਆ ਤੇ ਮਰਿਆ ਖੱਫਣ ਪਾਇਆ ਨਾ,
ਤੂੰ ਮੁਰਦਾ ਹੋ ਗਿਆ ਤੇ ਅੱਜ ਤੋਂ ਬਾਅਦ ਆਪਣੀ ਮਰਜ਼ੀ ਨਾ ਕਰੀ। ਉਹਦਾ ਭਾਵ ਇਹ ਹੁੰਦਾ ਸੀ, ਇੱਕ ਪ੍ਰਤੀਕ ਸੀ, ਇੱਕ ਸੰਕੇਤ ਸੀ ਵੀ ਆਪਣੇ ਆਪ ਨੂੰ ਮੁਰਦਾ ਸਮਝੇ ਜੀ। ਤੇ ਭਾਈ ਗੁਰਦਾਸ ਜੀ ਨੇ ਮੋਹਰ ਲਾਈ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਣਾ। ਮੁਰੀਦ ਤੋਂ ਭਾਵ ਸਿੱਖ। ਜਿਹੜਾ ਸਿੱਖ ਹੈ ਨਾ, ਉਹਨੇ ਆਪਣੇ ਆਪ ਨੂੰ ਮੁਰਦੇ ਦੀ ਤਰ੍ਹਾਂ ਸਮਝਣਾ, ਕੇਵਲ ਗੱਲਾਂ ਨਹੀਂ ਕਰਨੀਆਂ, ਪ੍ਰੈਕਟੀਕਲ ਲਾਈਫ ਹੋਵੇ। ਆਸ ਨਰਾਸ ਰਹੇ ਬੈਰਾਗੀ, ਉਹ ਬਰਾਗਵਾਨ ਪੁਰਸ਼ ਆਸਾ ਵਾਲੇ ਸੰਸਾਰ ਵਿੱਚ ਨਿਰਾਸ਼ ਰਹਿੰਦੇ ਹਨ। ਨਿਜ ਘਰ ਤਾੜੀ ਲਾਈ, ਔਰ ਆਪਣੇ ਮਨ ਨੂੰ ਬਾਹਰ ਤੋਂ ਅਸੰਕੋਚ ਕਰਕੇ ਤੇ ਆਪਣੇ ਅੰਦਰ ਬਿਰਤੀ ਨੂੰ ਜੋੜਨਾ ਕੀਤਾ। ਤਾੜੀ ਤੋਂ ਭਾਵ ਸਮਾਧੀ ਲਾਉਣਾ ਕੀਤੀ। ਭਿਖਿਆ ਨਾਮ ਰੱਜੇ ਸੰਤੋਖੀ, ਆਪਾਂ ਤਾਂ ਪਦਾਰਥਾਂ ਦੀ ਮੰਗ ਕਰਦੇ, ਫਲਾਣੇ ਨੇ ਆਹ ਦਿੱਤਾ, ਆਹ ਖਾਧਾ, ਆਹ ਜੇ ਤੇ ਆਏ ਤੇ ਕੀ ਦੇਗਾ। ਉਹਨਾਂ ਗੁਰਮੁਖ ਪਿਆਰ ਨੇ ਕੇਵਲ ਤੇ ਕੇਵਲ ਨਾਮ ਦਾ ਭਿਖਿਆ ਮੰਗੀ ਹੈ। ਮਾਰੂ ਰਾਗ ਵਿੱਚ ਪੰਚਮ ਪਾਤਸ਼ਾਹ ਦਾ ਸ਼ਬਦ ਹੈ, ਜਦੋਂ ਸਤਿਗੁਰੂ ਪਾਤਸ਼ਾਹ ਛੇਵੇਂ ਪਾਤਸ਼ਾਹ ਜੋਤੀ ਜੋ ਸਮਾਏ ਨੇ ਨਾ, ਉਹਨਾਂ ਉਸ ਦਿਨ ਅਚੇਚੇ ਤੌਰ ਤੇ ਸਿੱਖ ਸੰਗਤਾਂ ਨੂੰ ਇਹਦੀ ਵਿਆਖਿਆ ਕਰਕੇ ਸਮਝਾਇਆ ਸੀ ਵੀ ਸਿੱਖੋ, ਇਹਦੇ ਤੇ ਚੱਲਣ ਦਾ ਯਤਨ ਕਰੋ। ਕਿਤੇ ਛੇਵੇਂ ਪਾਤਸ਼ਾਹ ਦੀ ਜੋਤੀ ਸਮਾਉਣ ਦਾ ਪੜ੍ਹਨਾ, ਉਹ ਪ੍ਰਸੰਗ ਪੜ੍ਹਨਾ, ਉਹ ਜੇ ਜ਼ਰੂਰ ਕਹਿੰਦੇ ਮੰਗਣਾ, ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ। ਸਭ ਤੋਂ ਵਧੀਆ ਚੀਜ਼ ਕਿਹੜੀ ਮੰਗਣ ਵਾਲੀ, ਜਿਹੜੀ ਵਾਹਿਗੁਰੂ ਦੀ ਵਡਿਆਈ ਮੰਗਣੀ ਹੈ। ਮੰਗਣਾ, ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ। ਉਹ ਵਿਚਾਰ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਹਨ, ਅੰਮ੍ਰਿਤ ਸਹਿਜ ਪਿਆਈ, ਗੁਰਮੁਖਾ ਨਾਮ ਦੀ ਭਿਖਿਆ ਮੰਗ ਤੇ ਇਹਦੇ ਨਾਲ ਤੈਨੂੰ ਸੰਤੋਖ ਆ ਜਾਏਗਾ, ਸਬਰ ਆ ਜਾਏਗਾ, ਮਨ ਅਡੋਲ ਹੋ ਜਾਵੇਗਾ। ਦੁਬਦਾ ਵਿੱਚ ਬੈਰਾਗ ਨਾ ਹੋਵੀ, ਜਿੰਨਾ ਚਿਰ ਮਨ ਚਿੱਤੇ ਪੁਣੇ ਵਿੱਚ ਮਨ ਜੁੜੇਗਾ ਨਹੀਂ। ਜਬ ਲਗ ਦੂਜੀ ਰਾਈ, ਰਾਈ ਮਾਤਰ ਰੰਚਕ ਮਾਤਰ ਵੀ ਜੇ ਗੁਰੂ ਪਰਮੇਸ਼ਰ ਨੂੰ ਛੱਡ ਕੇ ਦੂਜੇ ਪਾਸੇ ਝਾਕ ਲੱਗਦਾ ਨਾ। ਹੁਣ ਆਪਾਂ ਤਾਂ ਬੜਾ ਕੁਝ ਦੂਜਿਆਂ ਤੇ ਵਿਸ਼ਵਾਸ ਕਰਦੇ। ਰਾਈ ਦਾ ਭਾਵ ਹੁੰਦਾ ਥੋੜੀ। ਸਾਡਾ ਪੁਰਾਣਾ ਪਮਾਨਾ ਜਦੋਂ ਥੋੜੀ ਚੀਜ਼ ਦੀ ਗੱਲ ਕਰਦੇ ਆਪਾਂ ਕਹਿੰਦੇ ਰਾਈ ਕਿ ਜਿੰਨਾ, ਰਾਈ ਕਿ ਜਿੰਨਾ ਭਾਵ ਬਹੁਤ ਥੋੜਾ। ਕਹਿੰਦੇ ਰੰਚਕ ਮਾਤਰ ਵੀ ਜੇ ਤੇਰਾ ਦੂਜਿਆਂ ਤੇ ਝਾਕ, ਮਨ ਦੂਜੇ ਪਾਸੇ ਜਾਂਦਾ ਨਾ, ਤੇ ਵਿਰਾਗ ਨਹੀਂ ਬਣਨਾ, ਪ੍ਰੇਮ ਨਹੀਂ ਹੋਣਾ। ਸਭ ਜਗ ਤੇਰਾ ਤੂੰ ਏਕੋ ਦਾਤਾ, ਅਰਦਾਸ ਕਰੀਏ ਵਾਹਿਗੁਰੂ, ਇਹ ਸਾਰਾ ਸੰਸਾਰ ਤੇਰਾ, ਤੂੰ ਕੇਵਲ ਤੇ ਕੇਵਲ ਇੱਕ ਦਾਤਾ ਦੇਣ ਵਾਲਾ ਹੈ। ਅਵਰ ਨ ਦੂਜਾ ਭਾਈ, ਭਰਾਓ ਪ੍ਰਮਾਤਮਾ ਤੋਂ ਬਿਨਾਂ ਦੂਜਾ ਹੈ ਹੀ ਨਹੀਂ। ਮਨ ਮੁਖ ਜੰਤ ਦੁਖ ਸਦਾ ਨਿਵਾਸੀ, ਇਹ ਮਨ ਦੇ ਮਗਰ ਲੱਗਾ ਹੋਇਆ ਜੀਵ ਸਦਾ ਵਾਸਤੇ ਦੁਖੀ ਰਹਿੰਦਾ ਹੈ। ਗੁਰਮੁਖ ਦੇ ਵਡਿਆਈ, ਜਿਹੜੇ ਭਾਈ ਗੁਰੂ ਵਾਲੇ ਪਾਸੇ ਜਿਨ੍ਹਾਂ ਦਾ ਅੰਤਿਸ਼ਕਰਨ ਹੋ ਗਿਆ, ਉਹਨਾਂ ਨੂੰ ਵਡਿਆਈ ਮਿਲ ਗਈ। ਅਪਰ ਅਪਾਰ ਅਗੰਮ ਅਗੋਚਰ, ਪਾਰਾਵਾਰ ਤੋਂ ਰਹਿਤ, ਮਨ ਦੀ ਪਕੜ ਤੇ ਇੰਦਰੀਆਂ ਤੋਂ ਪਰਾਂ। ਕਹਿਣਾ ਕੀਮ ਨ ਪਾਈ, ਜੇ ਆਪਾਂ ਕਹਿ ਵੀ ਲੱਗ ਪਈਏ ਤੇ ਆਪਾਂ ਉਹਦੀ ਕੀਮਤ ਮਰਿਆਦਾ ਨੂੰ ਸਮਝ ਨਹੀਂ ਸਕਦੇ। ਸੁਨ ਸਮਾਦ ਮਹਾ ਪਰਮਾਰਥ, ਔਰ ਉਹਨਾਂ ਗੁਰਮੁਖ ਪਿਆਰਿਆਂ ਦੀ ਜਿਹੜੀ ਅਵਸਥਾ ਭਾਈ ਉਹ ਅਫੁਰ ਬਣ ਗਈ। ਸੁਣ ਤੋਂ ਭਾਵ ਅਫੁਰ ਕੋ ਫੁਰਨਾ ਨਹੀਂ ਆਉਂਦਾ। ਇਹ ਜ਼ਿੰਦਗੀ ਦਾ ਨਿਚੋੜ ਹੈ। ਤੀਨ ਭਵਨ ਪਤ ਨਾਮੰ, ਭਾਈ ਜਿਹੜਾ ਤਿੰਨਾਂ ਭਵਨਾਂ ਦਾ ਮਾਲਕ ਹੈ ਨਾ, ਉਸ ਪ੍ਰਮਾਤਮਾ ਦਾ ਨਾਮ ਨਾਲ ਜੋੜ। ਮਸਤਕ ਲੇਖ ਜੀਆਂ ਜਗ ਜੋਨੀ, ਔਰ ਉਹਦੇ ਮੁਤਾਬਕ ਤੇਰੇ ਕਰਮਾਂ ਤੇ ਲਿਖਿਆ ਜਾਏਗਾ। ਸਿਰ ਸਿਰ ਲੇਖ ਸਹਾਮੰ, ਕੱਲੇ ਕੱਲੇ ਦੇ ਮੱਥੇ ਤੇ ਪ੍ਰਮਾਤਮਾ ਲਿਖਦਾ ਹੈ। ਕਰਮ ਸੁਕਰਮ ਕਰਾਏ ਆਪੇ, ਇਹ ਕੰਮ ਤੇ ਚੰਗੇ ਕੰਮ ਇਹ ਕਰਾਉਣ ਵਾਲਾ ਵੀ ਉਹ ਆਪ। ਇੱਥੇ ਆਪਾਂ ਬਹਾਨਾ ਬਣਾ ਲੈਨੇ ਵੀ ਗਿਆਨੀ ਜੀ ਫਿਰ ਤਾਂ ਕੰਮ ਸੈੱਟ ਆ ਨਾ, ਆਪਾਂ ਨੂੰ ਰੱਬ ਆਪੇ ਕਰਾ ਲੇਗਾ। ਇਹ ਸਾਡਾ ਬਹਾਨਾ ਜਿਹੜਾ ਆ। ਕਈ ਬੰਦੇ ਵੇਖੇ ਨੇ, ਇੱਕ ਬੰਦਾ ਕਹਿੰਦਾ ਗਿਆਨੀ ਜੀ, ਮੈਂ ਕਿਹਾ ਸ਼ਰਾਬ ਨਾ ਪੀਏ ਕਰ ਭਾਈ, ਕਹਿੰਦਾ ਜਿਹਨੂੰ ਕਲਗੀਧਰ ਪਾਤਸ਼ਾਹ ਬੰਦ ਕਰ ਦੇਗਾ ਗਿਆਨੀ ਛੱਡ ਦਾਂਗੇ। ਮੈਂ ਕਿਹਾ ਕਲਗੀਧਰ ਤੈਨੂੰ ਪੂਆ ਬਣਾ ਦੇਵੇਗਾ ਨਾ, ਉਦੋਂ ਮੈਨੂੰ ਦੱਸਦੇ ਵੀ ਗਿਆਨੀ ਜੀ ਗੁਰਦੇਵ ਮੈਨੂੰ ਪੂਆ ਦਿੰਦੇ ਨੇ। ਬਹਾਨੇ ਕਿੱਡੇ ਵੇਖੇ ਨੇ। ਇਹਨੂੰ ਕਹਿੰਦੇ ਲੇਮ ਚੋਂ ਲੰਗੜਾ ਬਹਾਨਾ। ਅਸੀਂ ਜਦੋਂ ਗੁਰਮੁਖੋ ਕੋਈ ਵੀ ਗੁਨਾਹ ਕਰਦੇ ਹਾਂ, ਜਿਵੇਂ ਆਪਾਂ ਸਫ਼ਰ ਕਰਦੇ ਤਾਂ ਲਾਲ ਬੱਤੀ ਜਗਦੀ ਹੈ ਤੇ ਆਪਾਂ ਗੱਡੀ ਨਾ ਰੁਕੀ ਤੇ ਐਕਸੀਡੈਂਟ ਹੋਵੇਗਾ। ਅਸੀਂ ਕੋਈ ਵੀ ਗੁਨਾਹ ਕਰਨ ਲੱਗੀਏ, ਸਾਡੇ ਅੰਦਰ ਬੱਤੀ ਜਗਦੀ, ਉਹ ਕਹਿੰਦੀ ਭਾਈ ਇਹ ਮਾੜਾ ਕੰਮ ਨਾ ਕਰ। ਸਾਨੂੰ ਅੰਦਰੋਂ ਆਵਾਜ਼ ਆਉਂਦੀ ਹੈ, ਆਪਾਂ ਉਹ ਆਵਾਜ਼ ਸੁਣਦੇ ਨਹੀਂ। ਆਵਾਜ਼ ਨਾ ਸੁਣ ਕਰਕੇ ਅਸੀਂ ਦੋਸ਼ੀ ਹਾਂ। ਹਰ ਇੱਕ ਬੰਦੇ ਨੂੰ ਆਪਾਂ ਮਾਈ ਭਾਈ ਜਨੇ ਬੈਠੇ ਹਾਂ, ਮੈਨੂੰ ਮਾਫੀ ਦੇਣੀ। ਅਸੀਂ ਜਦੋਂ ਵੀ ਕੋਈ ਮਾੜਾ ਕਰਮ ਕਰਦੇ ਹਾਂ ਨਾ, ਅੰਦਰੋਂ ਲਾਲ ਬੱਤੀ ਜਗਦੀ ਭਾਈ ਇਹ ਮਾੜਾ ਕੰਮ ਨਾ ਕਰ, ਤੇ ਆਪਾਂ ਪਰਵਾਹ ਹੀ ਨਹੀਂ ਕਰਦੇ।
ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਕੰਮ ਤੇ ਸ੍ਰੇਸ਼ਟ ਕਰਮ ਕਰਾਉਣ ਵਾਲਾ ਵੀ ਬੁੱਧੀ ਦੇ ਕੇ ਉਹ ਆਪ ਹੈ। ਆਪੇ ਭਗਤ ਦ੍ਰਿੜਾਮੰ। ਜਿਹੜੇ ਗੁਰਮੁਖ ਪਿਆਰੇ ਭੈ ਦੇ ਸਹਿਤ ਨੇ ਉਹਨਾਂ ਨੂੰ ਇਹ ਗੱਲ ਦ੍ਰਿੜ ਹੋ ਗਈ, ਪ੍ਰਪੱਕ ਹੋ ਗਏ। ਮਨ ਮੁਖ ਝੂਠ ਲਹੈ ਭੈ ਮਾਨੰ। ਜਿਹੜੇ ਮਨ ਦੇ ਮਗਰ ਲੱਗੇ ਹੋਏ ਲੋਕ ਨੇ ਨਾ, ਉਹਨਾਂ ਦੇ ਅੰਦਰ ਦੁਨਿਆਵੀ ਝੂਠ ਹੈ ਭੈ ਦੀ। ਆਪੇ ਗਿਆਨ ਅਗਾਮੰ। ਤੇ ਜੇ ਉਹਦੇ ਅੱਗੇ ਹੱਥ ਜੋੜਨ ਗੁਰਮੁਖਾ, ਤੈਨੂੰ ਅਗੰਮ ਦਾ ਸੋਝੀ ਹੋ ਜਾਏਗੀ, ਪਰਿਪੂਰਨ ਪਰਮਾਤਮਾ ਨੂੰ ਤੂੰ ਜਾਣ ਲਏਗਾ। ਜਿਨ ਚਾਖਿਆ ਸੇ ਸਾਧ ਜਾਣਨ। ਫਿਰ ਆਪਾਂ ਕਹਿੰਦੇ ਗਿਆਨੀ ਜੀ ਉਹਦਾ ਭਲਾ ਪਤਾ ਕਿਵੇਂ ਲੱਗੇ, ਕਿੰਨਾ ਕੁ ਆਨੰਦ ਆਉਂਦਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਭਾਈ ਇਹ ਆਨੰਦ ਲਿਆ ਨਾ, ਜਿਨ੍ਹਾਂ ਚਖਿਆ ਉਹੋ ਹੀ ਜਾਣਦੇ ਹਨ। ਜਿਨ ਚਾਖਿਆ ਸਹੀ ਸਾਧ ਜਾਣਨ। ਸਾਧ ਤੋਂ ਭਾਵ ਦਾ ਸਵਾਦ, ਜਿਨ੍ਹਾਂ ਨੇ ਉਹ ਸਵਾਦ ਲਿਆ ਨਾ ਉਹ ਦੱਸ ਸਕਦੇ ਨੇ। ਤੇ ਗੁਰੂ ਕੀ ਬਾਣੀ ਚ ਅੱਗੇ ਇਹ ਵੀ ਲਿਖਿਆ ਹੈ, ਕਬੀਰ ਗੁੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀਏ। ਗੁੰਗਾ ਗੁੜ ਖਾ ਲੇ ਤੇ ਆਪਾਂ ਪੁੱਛਾਂਗੇ ਭਾਈ ਸਾਹਿਬ ਕਿੰਨਾ ਕੁ ਮਿੱਠਾ ਹੈ। ਉਹ ਇਸ਼ਾਰਾ ਕਰ ਸਕਦਾ ਹੈ ਲੇਕਿਨ ਦੱਸ ਨਹੀਂ ਸਕਦਾ ਵੀ ਕਿੰਨਾ ਕੁ ਮਿੱਠਾ ਹੈ। ਇਸ ਪ੍ਰਕਾਰ ਜਿਹੜਾ ਉਹ ਅਨੁਭਵ ਗੁਰਮੁਖੋ, ਉਹਨੂੰ ਅਸੀਂ ਅੱਖਰਾਂ ਨਾਲ ਬਿਆਨ ਨਹੀਂ ਕਰ ਸਕਦੇ। ਜਿਉ ਗੁੰਗੇ ਮਠਿਆਈ। ਸਤਿਗੁਰੂ ਪਾਤਸ਼ਾਹ ਨੇ ਉਹ ਦ੍ਰਿਸ਼ਟਾਂਤ ਇੱਥੇ ਕਲੀਅਰ ਕਰ ਦਿੱਤਾ ਭਾਈ, ਜਿਵੇਂ ਗੁੰਗਾ ਮਠਿਆਈ ਖਾਂਦਾ ਤੇ ਦੱਸਦਾ ਨਾ, ਹੱਥ ਮਾਰ ਕੇ ਮੋਢੇ ਮਾਰ ਕੇ ਪ੍ਰਸੰਨ ਹੁੰਦਾ ਹੈ, ਇਸੇ ਪ੍ਰਕਾਰ ਉਹਦੇ ਚਿਹਰੇ ਤੋਂ ਅਸੀਂ ਵੇਖ ਸਕਦੇ ਹਾਂ, ਲੇਕਿਨ ਵਿਆਖਿਆ ਨਹੀਂ ਕੀਤੀ ਜਾ ਸਕਦੀ। ਕਥਾ ਕਾ ਕਿਆ ਕਥਿਐ ਭਾਈ। ਜਿਹੜਾ ਭਾਈ ਹੈ ਹੀ ਕਥਨ ਤੋਂ ਰਹਿ ਤੇ ਉਹਦਾ ਬਿਆਨ ਕਿਵੇਂ ਕਰਾਂਗੇ, ਇਉਂ ਕਰੀਏ। ਚਲੋ ਸਦਾ ਰਜਾਈ। ਗੁਰੂ ਕੇ ਸਿੱਖਾ ਉਹਦੀ ਰਜਾ ਉਹਦੀ ਭਾਣੇ ਵਿੱਚ ਚੱਲਣਾ ਕਰ। ਗੁਰ ਦਾਤਾ ਮੇਲੇ ਤਾਂ ਮਤ ਹੋਵੈ। ਗੁਰੂ ਰੂਪੀ ਦਾਤਾ ਕਿਤੇ ਮੇਲੇ ਤੇ ਤਾਂ ਹੀ ਅਕਲ ਆਉਂਦੀ ਹੈ। ਨਗੁਰੇ ਮਤ ਨਾ ਕਾਈ। ਜਿਹੜਾ ਹੈ ਨਗੁਰਾ ਉਹਨੂੰ ਤਾਂ ਰੰਚਕ ਮਾਤਰ ਅਕਲ ਨਹੀਂ। ਜਿਉ ਚਲਾਏ ਤਿਉ ਚੱਲੈ ਭਾਈ। ਅਸਲੀ ਗੁਰਮਤ ਕੀ ਵੀ ਜਿਵੇਂ ਉਹ ਵਾਹਿਗੁਰੂ ਚਲਾਉਂਦਾ ਭਾਈ ਉਹਦੇ ਮੁਤਾਬਕ ਚੱਲਣਾ ਕਰ। ਜੇ ਬਾਬੇ ਫਰੀਦਾ ਸ਼ਲੋਕ ਆਉਂਦਾ, ਫਰੀਦਾ ਕੰਧੀ ਵਹਿ ਨਾ ਟਾਹੇ ਤੋ ਵੀ ਲੇਖਾ ਦੇਵਣਾ, ਜਿੱਧਰ ਰੱਬ ਰਜਾਏ ਵੈਣ ਤਦਾਉ ਗਉ ਕਰੇ। ਹੋਰ ਕਿਆ ਕੋ ਕਰੇ ਚਤੁਰਾਈ। ਹੋਰ ਭਾਈ ਆਪਾਂ ਚਲਾਈ ਚੁਸਤੀ ਕੀ ਕਰ ਸੇ, ਚਤੁਰਾਈ ਨਾ ਚਤਰ ਪੁੱਜ ਪਾਈਏ। ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ। ਇੱਕ ਮਨਮੁਖ ਲੋਕ ਭਰਮਾਂ 'ਚ ਪਏ ਨੇ, ਇਹ ਗੁਰਮੁਖ ਪਿਆਰੇ ਪ੍ਰਮਾਤਮਾ ਦੇ ਭੈ 'ਚ ਰੰਗੇ ਹੋਏ ਹਨ। ਤੇਰਾ ਖੇਲ ਅਪਾਰਾ। ਵਾਹਿਗੁਰੂ ਤੇਰੀ ਖੇਡ ਨੂੰ ਅਸੀਂ ਸਮਝ ਨਹੀਂ ਸਕਦੇ। ਇਹ ਪਾਰਾਵਾਰ ਤੋਂ ਰਹਿਤ ਹੈ, ਲੇਖੇ ਜੋਖੇ ਤੋਂ ਬਾਹਰ ਹੈ। ਜਿਤ ਤੁਧ ਲਾਏ ਤੇਹਾ ਫਲ ਪਾਇਆ। ਜਿਹੜੇ ਪਾਸੇ ਕੋ ਲੱਗਾ ਉਹਦੇ ਕਰਮਾਂ ਦੇ ਮੁਤਾਬਕ ਉਹਨੂੰ ਫਲ ਮਿਲੇਗਾ, ਚੰਗੇ ਦਾ ਚੰਗਾ, ਮਾੜੇ ਦਾ ਮਾੜਾ। ਤੂੰ ਹੁਕਮ ਚਲਾਵਨ ਹਾਰਾ। ਬਾਦਸ਼ਾਹ ਸਾਰੇ ਤੇਰਾ ਹੁਕਮ ਵਰਤਦਾ ਹੈ ਤੇ ਸਾਰੇ ਤੇਰੇ ਹੁਕਮ ਵਿੱਚ ਚੱਲਦੇ ਹਨ। ਸੇਵਾ ਕਰੀ ਜੇ ਕਿਛ ਹੋਵੇ ਆਪਣਾ। ਜੇ ਭਾਈ ਆਪਣਾ ਹੋਵੇ ਤੇ ਤਾਂ ਹੀ ਸੇਵਾ ਕਰੀਦੀ, ਗੈਰਾਂ ਦੀ ਕੌਣ ਕਰਦਾ ਹੈ। ਜੀਓ ਪਿੰਡ ਤੁਮਾਰਾ। ਮੇਰੇ ਵਾਹਿਗੁਰੂ ਸਾਰਾ ਕੋਈ ਤੇਰਾ ਤੇ ਮੈਂ ਕੀ ਕਰਨ ਜੋਗਾ ਹਾਂ। ਇਹਦੇ ਚ ਇਨਡਾਇਰੈਕਟ ਭਾਵ ਹੈ ਵੀ ਗੁਰਮੁਖਾ ਸੇਵਾ ਕਰਕੇ ਤੇ ਮਾਣ ਨਾ ਕਰਕੇ ਮੈਂ ਆਹ ਕਰਦਾ ਹਾਂ, ਮੈਂ ਉਹ ਕਰਦਾ ਹਾਂ। ਸਤਿਗੁਰ ਮਿਲਿਆ ਕਿਰਪਾ ਕੀਨੀ। ਜਦੋਂ ਸਤਿਗੁਰੂ ਪਾਤਸ਼ਾਹ ਨੇ ਕੀਤੀ ਕਿਰਪਾ, ਦਰਸ਼ਨ ਦਿਦਾਰੇ ਦਿੱਤੇ, ਅੰਮ੍ਰਿਤ ਨਾਮ ਆਧਾਰਾ। ਉਹਨਾਂ ਦੀ ਕਿਰਪਾ ਦੇ ਸਦਕਾ ਇਹ ਜੀਵ ਨੂੰ ਨਾਮ ਦਾ ਆਧਾਰ ਬਣ ਗਿਆ, ਇਹ ਨਾਮ ਨਾਲ ਜੁੜ ਗਿਆ। ਗਗਨ ਅੰਤਰ ਵਾਸਿਆ ਗੁਣ ਪ੍ਰਗਾਸਿਆ। ਜਿਹੜਾ ਉਹ ਸਾਰੇ ਸੰਸਾਰ ਦਾ ਮਾਲਕ ਹੈ, ਦਸਮ ਦੁਆਰ ਦੇ ਵਿੱਚ ਨਿਵਾਸ ਕਰਨ ਵਾਲਾ ਵਾਹਿਗੁਰੂ, ਉਹਨੇ ਬੰਦੇ ਦੇ ਅੰਦਰ ਗੁਣ ਪੈਦਾ ਕਰ ਦਿੱਤੇ। ਗੁਣ ਮੈਂ ਗਿਆਨ ਧਿਆਨੰ। ਔਰ ਜਿਹੜੇ ਭਾਈ ਉਹਦੇ ਗੁਣ ਗਾਉਣੇ ਨੇ, ਇਹੋ ਹੀ ਗਿਆਨ, ਇਹੋ ਹੀ ਧਿਆਨ ਜਾਣਨਾ ਕਰੀਏ। ਨਾਮ ਮਨ ਭਾਵੈ ਕਹਿ ਕਹਾਵੈ। ਜਿਹੜੇ ਗੁਰਮੁਖ ਪਿਆਰੇ ਨਾਮ ਜਪ ਕੇ ਪ੍ਰਮਾਤਮਾ ਨੂੰ ਭਾਗੈ, ਜੋ ਕਹਿੰਦੇ ਹਨ ਕਹਾਉਂਦੇ ਹਨ। ਤਤੋ ਤਤ ਵਖਾਨੰ। ਉਹ ਕੇਵਲ ਤੇ ਕੇਵਲ ਤਤ ਕਹਿੰਦੇ, ਸਿਧਾਂਤ ਦੀ ਗੱਲ ਕਰਦੇ ਹਨ। ਵਖਾਨੰ ਤੋਂ ਭਾਵ ਕਹਿਣਾ, ਤਤ ਸਿਧਾਂਤ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਗੁਰਮੁਖੋ ਸਾਰੀ ਗੁਰਮਤਿ ਦਾ ਨਿਚੋੜ ਜੈ, ਬੰਦੇ ਨੂੰ ਗੁਰੂ ਨਾ ਬਣਾ। ਸ਼ਬਦ ਹੀ ਗੁਰੂ ਹੈ, ਸ਼ਬਦ ਹੀ ਪੀਰ ਹੈ। ਕਿਉਂ ਬੰਦੇ ਨੂੰ ਕਿਉਂ ਨਹੀਂ? ਕਿਸੇ ਬਾਬੇ ਦੀ 15ਵੀਂ ਬਰਸੀ, ਕਿਸੇ ਦੀ 50ਵੀਂ ਬਰਸੀ, ਪਰ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਰਸੀ ਨਹੀਂ ਜਿਉਣੀ। ਜਿੰਨੇ ਮਹਾਤਮਾ ਨਮਸਕਾਰ ਕਰਦੇ ਆ, ਗੁਰੂ ਕਿਰਪਾ ਕਰੇ, ਰੱਬ ਦੇ ਪਿਆਰੇ ਦਰਸ਼ਨ ਦਿਦਾਰੇ ਹੁਣ ਸੰਗਤ ਹੋਵੇ, ਲੇਕਿਨ ਦੇਸ ਦੀ ਵੀ ਨਹੀਂ। ਦੇ ਬਿਨਸਨਹਾਰ ਹੈ, ਇੱਕ ਸ਼ਬਦ ਹੈ
ਜਿਹੜਾ ਸਦੀਵੀ ਤੌਰ ਤੇ ਹੈ। ਤੇ ਸ਼ਬਦ ਕਿਹੜਾ ਫਿਰ ਆਪਾਂ ਕਈ ਉਲਝ ਜਾਂਦੇ ਵੀ ਗਿਆਨੀ ਜੀ ਉਹ ਵੀ ਸ਼ਬਦ ਹੈ ਤੇ ਇਹ ਵੀ ਸ਼ਬਦ। ਇਹਦੀ ਇੱਕ ਮੈਂ ਅੰਗਰੇਜ਼ ਦੀ ਵਿਆਖਿਆ ਪੜ੍ਹੀ, ਬੜੀ ਸੁੰਦਰ ਉਹਨੇ ਲਿਖੀ ਵੀਰ ਨੇ। ਉਹ ਕਹਿੰਦਾ ਦੁਨੀਆ ਦੇ ਲੋਕਾਂ ਨੂੰ ਸੰਸਾਰ ਵਿੱਚ ਕੁਝ ਨਾ ਰਿਹਾ, ਉਦੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰਹਿਣਗੇ। ਉਹਦਾ ਨਾਮ ਜੀ, ਜੇ ਕਿਸੇ ਨਾਮ ਵੀ ਕੁਦਰਤੀ ਚੇਤੇ ਆ ਗਿਆ, ਉਹਦਾ ਨਾਮ ਆਲਡਰ ਟਾਈਮ ਵੀ ਅੰਗਰੇਜ਼ ਹੈ। ਤੇ ਉਹਨੇ ਆਖਿਆ ਦੁਨੀਆ ਦੇ ਲੋਕੋ ਜਦੋਂ ਸੰਸਾਰ ਵਿੱਚ ਕੁਝ ਨਾ ਰਿਹਾ ਉਦੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰਹਿਣਗੇ। ਤੇ ਉਹਨੂੰ ਪੁੱਛਿਆ ਵੀ ਭਲਿਆ ਐਡੀ ਵੱਡੀ ਦਲੀਲ ਕਿਸ ਬੇਸ ਤੇ ਕਹੀ ਹੈ? ਉਸ ਭਰਾ ਨੇ ਅੱਗੇ ਵਿਆਖਿਆ ਕੀਤੀ, ਕਹਿੰਦਾ ਵੀ ਦੁਨੀਆ ਦੇ ਤਮਾਮ ਦਾਨੇ, ਇੱਕ ਦੋ ਦਿਨ ਦੀ ਗੱਲ ਨਹੀਂ, ਤਮਾਮ ਉਹਨਾਂ ਸਾਰਿਆਂ ਦੀ ਇੱਕ ਰਾਏ, ਟਰੁਥ ਇਜ਼ ਯੂਨੀਵਰਸਲ, ਸੱਚਾਈ ਸਦੀਵੀ ਹੈ। ਤੇ ਜੇ ਸੱਚਾਈ ਸਦੀਵੀ ਹੈ ਨਾ, ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਕੀ ਹੈ? ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ। ਜਿਹੜਾ ਇਹ ਬ੍ਰਹਮ ਹੈ ਨਾ, ਸ਼ਬਦ ਦੇ ਅਰਥ ਨੂੰ ਬਾਈਬਲ ਪੜ੍ਹਦੇ ਨਾ, ਬਾਈਬਲ, ਤੇ ਬਾਈਬਲ ਦੀ ਪਹਿਲੀ ਪੰਕਤੀ ਹੈ, ਜਦੋਂ ਦੁਨੀਆ ਵਿੱਚ ਕੁਝ ਨਹੀਂ ਸੀ ਉਦੋਂ ਕੇਵਲ ਤੇ ਕੇਵਲ ਸ਼ਬਦ ਸੀ ਤੇ ਸ਼ਬਦ ਹੀ ਪ੍ਰਮਾਤਮਾ। ਉਦੋਂ ਕੁਝ ਵੀ ਨਹੀਂ ਸੀ, ਉਦੋਂ ਕੇਵਲ ਤੇ ਕੇਵਲ ਸ਼ਬਦ ਸੀ ਤੇ ਸ਼ਬਦ ਹੀ ਪ੍ਰਮਾਤਮਾ। ਉਹ ਵਿਚਾਰ ਇੱਥੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਜਿਹੜਾ ਸ਼ਬਦ ਇਹੋ ਗੁਰੂ ਹੈ, ਇਹੋ ਪੀਰ ਹੈ। ਇਹਦੀ ਜਿਹੜੀ ਇੰਪੋਰਟੈਂਸ, ਇਹਦੀ ਮਹਾਨਤਾ ਨਾ, ਇਹ ਬਹੁਤ ਡੂੰਘੀ ਹੈ, ਨਿਰਹਲ ਹੈ, ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਬਿਨ ਸ਼ਬਦਾ ਜਗ ਬਉਰਾਨੰ। ਔਰ ਇਹ ਸ਼ਬਦ ਤੋਂ, ਇਸ ਉਪਦੇਸ਼ ਤੇ ਬ੍ਰਹਮ ਤੋਂ ਬਿਨਾਂ ਸੰਸਾਰ ਬੌਰਾ ਹੋਇਆ ਪਿਆ, ਕਮਲਾ ਹੋਇਆ ਹੈ। ਪੂਰਾ ਬੈਰਾਗੀ ਸਹਿਜ ਸੁਭਾਗੀ। ਜਿਹੜੇ ਭਾਈ ਮਨ ਕਰਕੇ ਜੁੜ ਗਏ ਨਾ ਪੂਰੇ, ਉਹ ਸ੍ਰੇਸ਼ਟ ਭਾਗਾਂ ਵਾਲੇ ਨੇ। ਉਹਨਾਂ ਗੁਰਮੁਖਾਂ ਦਾ ਮਨ ਅਡੋਲ ਹੋ ਗਿਆ। ਸਚ ਨਾਨਕ ਮਨ ਮਾਨੰ। ਅਡੋਲ ਕਿਵੇਂ ਹੋਇਆ? ਸੱਚੇ ਪ੍ਰਮਾਤਮਾ ਦੇ ਨਾਮ ਨੂੰ ਮਨ ਕਰਕੇ, ਮੰਨਣ ਕਰਕੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ ਕਿ ਇਹ ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਦੇ ਅੰਦਰ ਵਸੇ। ਤੇ ਨਾਲ ਹੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ, ਪਾਤਸ਼ਾਹ ਜਿਹੜੇ ਆ ਬਾਰਡਰ ਤੇ ਸਾਡੇ ਭੈਣਾਂ ਭਰਾ, ਬੱਚੇ ਤੇ ਬਜ਼ੁਰਗ ਬੈਠੇ ਨੇ, ਕਿਰਪਾ ਕਰ, ਰਹਿਮਤ ਕਰ, ਉਹਨਾਂ ਗੁਰਮੁਖ ਪਿਆਰੇ ਵੀਰਾਂ ਦਾ ਮਸਲਾ ਹੱਲ ਹੋਵੇ ਔਰ ਉਹ ਸੁੱਖ ਸ਼ਾਂਤੀ ਨਾਲ ਆਪਣੇ ਘਰ ਵਿੱਚ ਆਉਣ। ਤੂੰ ਸਮਰੱਥ ਹੈ, ਤੇਰੇ ਵਾਸਤੇ ਕੋਈ ਔਖਾ ਮਸਲਾ ਨਹੀਂ। ਇਹ ਕਿਰਪਾ ਕਰ, ਰਹਿਮਤ ਕਰ, ਜਿਹੜਾ ਇਹ ਮਸਲਾ ਬਣਿਆ ਸਾਡੇ ਦੇਸ਼ ਵਾਸੀਆਂ ਤੇ, ਇਹ ਕਿਰਪਾ ਕਰਕੇ ਹੱਲ ਕਰਾ। ਇਹ ਮੇਰੀ ਗੁਰੂ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਭੁੱਲਾਂ ਚੁੱਕਾਂ ਦੀ ਮਾਫੀ ਜੀ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਬਿਨ ਸ਼ਬਦਾ ਜਗ ਬਉਰਾਨੰ। ਪੂਰਾ ਬੈਰਾਗੀ ਸਹਿਜ ਸੁਭਾਗੀ। ਸਚ ਨਾਨਕ ਮਨ ਮਾਨੰ। ਵਾਹ।